ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ਼ ਸਤਿਗੁਰੂ 10 ਪਾਤਸ਼ਾਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਵਿੱਚ ਸਵਾਏਮਾਨ ਸਨਮਾਨਯੋਗ ਸਤਿਕਾਰਯੋਗ ਸਾਧ ਸੰਗਤ ਜੀ, ਲੜੀਵਾਰ ਚੱਲਦੀ ਵਿਆਖਿਆ ਵਿੱਚ ਅੱਜ ਆਪ ਜੀ ਨੇ ਸੁਖਮਣੀ ਸਾਹਿਬ ਦੀ ਬਾਣੀ ਵਿੱਚ 22 ਨੰਬਰ ਸ਼ਲੋਕ ਔਰ ਇਸ ਦੇ ਨਾਲ ਮਿਲਦੀ ਅਸ਼ਟਪਦੀ ਦੇ ਕੁਝ ਅੰਗ ਸਰਵਣ ਕੀਤੇ ਹਨ। ਸਤਿਗੁਰੂ ਸ਼ਲੋਕ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਜੀਵ ਜੰਤ ਜਿੰਨੇ ਵੀ ਇਸ ਜ਼ਮੀਨ ਤੇ ਬਣੇ ਪੈਦਾ ਕੀਤੇ ਹਨ, ਇਹਨਾਂ ਸਾਰਿਆਂ ਦਾ ਸਿਰਜਣਹਾਰ ਅਕਾਲ ਪੁਰਖ ਹੈ ਔਰ ਇਹਨਾਂ ਸਾਰਿਆਂ ਦੇ ਵਿੱਚ ਉਹ ਆਪ ਹੀ ਵਰਤ ਰਿਹਾ ਹੈ। ਬਣਾਉਣ ਵਾਲਾ ਵੀ ਆਪ ਹੈ ਤੇ ਵਰਤਣ ਵਾਲਾ ਵੀ ਆਪ ਹੈ। ਬਣਾ ਕੇ ਇਹਨਾਂ ਤੋਂ ਵੱਖਰਾ ਨਹੀਂ, ਇਹਦੇ ਵਿੱਚ ਵਰਤ ਰਿਹਾ। ਪਰ ਮਨੁੱਖ ਨੂੰ ਇਹ ਭਾਸਦਾ ਹੈ ਕਿ ਮੈਂ ਵਰਤ ਰਿਹਾ। ਇਹ ਦੋ ਵਿਚਾਰਾਂ ਤੇ ਆਪਾਂ ਅੱਜ ਬੇਨਤੀ ਕਰਨੀ ਹੈ। ਸਭ ਵਿੱਚ ਉਹ ਵਰਤ ਰਿਹਾ ਹੈ, ਬੋਲ ਵੀ ਉਹ ਰਿਹਾ, ਕੰਮ ਵੀ ਉਹੀ ਕਰ ਰਿਹਾ, ਸੋਚ ਵੀ ਰਿਹਾ ਹੈ, ਦੇਖ ਵੀ ਰਿਹਾ। ਚੰਦਰਮਾ ਦੀ ਰੋਸ਼ਨੀ ਵਿੱਚ ਉਹ ਚਮਕ ਰਿਹਾ ਹੈ, ਸੂਰਜ ਦੀ ਤਪਸ਼ ਵਿੱਚ ਉਹੀ ਤਪਦਾ ਗਰਦਿਸ਼ ਦਿੰਦਾ। ਇੱਕ ਬੀਜ ਦੇ ਵਿੱਚੋਂ ਬੂਟਾ ਬਣ ਕੇ ਉਹ ਆਪ ਉਗਦਾ, ਫਿਰ ਉਹਨੂੰ ਆਪ ਉਹ ਫਲ ਬਣ ਕੇ ਲੱਗਦਾ ਤੇ ਆਪ ਹੀ ਵਿੱਚ ਰਸ ਬਣ ਜਾਂਦਾ ਹੈ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤੇ ਹਨ, ਆਪੇ ਰਸੀਆ ਆਪ ਰਸ। ਬੜੀ ਅਜੀਬ ਹੈ ਉਹਦੀ ਕਹਾਣੀ। ਰਸ ਪੀਣ ਵਾਲਾ ਵੀ ਆਪ ਹੈ ਤੇ ਰਸ ਵੀ ਆਪ ਹੈ। ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਆਪੇ ਹੋਵੈ ਚੋਲੜਾ, ਆਪੇ ਸੇਜ ਪਧਾਰ, ਆਪੇ ਬਹੁ ਵਿਧ ਰੰਗਲਾ। ਇਹ ਸਾਰੇ ਰੰਗ ਜਿੰਨੀਆਂ ਖੇਡਾਂ ਹੋ ਰਹੀਆਂ ਨੇ ਉਹਦੇ ਵੱਲੋਂ ਖੇਡੀਆਂ ਗਈਆਂ। ਹੁਣ ਇੱਕ ਤਾਂ ਇਹ ਖਿਆਲ ਹੈ, ਦੂਜਾ ਇਹ ਖਿਆਲ ਕਿ ਜਿੰਨੇ ਇੱਥੇ ਜੀਵ ਨੇ, ਖਾਸ ਕਰਕੇ ਮਨੁੱਖ, ਜਿਹਨੂੰ ਪੈਦਾ ਕੀਤਾ ਉਹਨੇ ਸੋਚਿਆ ਵੀ ਮੈਂ ਆਪ, ਮੇਰੇ ਵਰਗਾ ਹੋਰ ਕੋਈ ਨਹੀਂ। ਉਹਦੇ ਵਿੱਚ ਇੱਕ ਭਰਮ ਪਿਆ। ਜੀਵ ਸੋਚਦਾ ਹੈ ਕਿ ਮੈਂ ਕਰ ਰਿਹਾ, ਪਰ ਇਹ ਇੱਕ ਝੂਠ ਹੈ, ਇੱਕ ਭਰਮ ਹੈ। ਇਹਨੂੰ ਤੋੜਨਾ ਹੀ ਧਰਮ ਦੀ ਸਾਧਨਾ ਹੈ। ਤਿੰਨ ਚੀਜ਼ਾਂ ਆਪਾਂ ਇਕੱਠੀਆਂ ਲੈ ਲਈਏ। ਸੱਚਾਈ ਇਹ ਹੈ ਕਿ ਕੋਈ ਮਨੁੱਖ ਨਹੀਂ, ਕੋਈ ਰੁੱਖ ਨਹੀਂ, ਇਹ ਸਾਰਾ ਕੁਝ ਉਹ ਆਪ ਹੀ ਚੱਲ ਰਿਹਾ ਹੈ, ਆਪ ਹੀ ਵਰਤ ਰਿਹਾ ਸਾਰਿਆਂ ਵਿੱਚ। ਇਹ ਹੈ ਸੱਚਾਈ, ਇਹ ਸੱਚ ਹੈ। ਪਰ ਇੱਕ ਦੂਜੀ ਦੁਨੀਆ ਉਹ ਕਿਹਦੇ ਵਿੱਚੋਂ ਪੈਦਾ ਹੋਈ? ਉਹ ਇੱਕ ਚੀਜ਼ ਪਾ ਦਿੱਤੀ ਪ੍ਰਭੂ ਨੇ ਵਿੱਚ ਸਾਡੇ, ਉਹਨੂੰ ਕਹਿੰਦੇ ਨੇ ਮਨ। ਮਨ ਕਰਕੇ ਸਾਨੂੰ ਲੱਗਦਾ ਹੈ ਕਿ ਮੈਂ ਵੱਖਰਾ ਹਾਂ, ਦੂਸਰਾ ਵੱਖਰਾ ਹੈ, ਤੀਸਰਾ, ਚੌਥਾ, ਪੰਜਵਾਂ। ਸਾਰੀ ਗਿਣਤੀ ਮਨ ਦੀ ਹੈ, ਮਨ ਦੀ ਗਿਣਤੀ ਹੈ, ਸੰਸਾਰ ਦੀ ਕੋਈ ਵੈਸੇ ਗਿਣਤੀ ਨਹੀਂ। ਆ ਸਾਰੇ ਸਰੀਰ ਤੁਸੀਂ ਇਹਨਾਂ ਦਾ ਮਟੀਰੀਅਲ ਲੱਭਣ ਜਾਓ, ਇੱਕੋ ਚੀਜ਼ ਦੇ ਬਣੇ। ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਨ ਹਾਰੈ। ਨਾ ਕਛ ਪੋਚ ਮਾਟੀ ਕੈ ਭਾਂਡਾ, ਨਾ ਕਛ ਪੋਚ ਕੁੰਭਾਰੈ। ਵੱਖਰਾ ਕੁਝ ਹੈ ਹੀ ਨਹੀਂ, ਸਭ ਇੱਕੋ ਕਾਇਨਾਤ ਉਹਦੀ ਦੇਹ ਹੈ। ਅੱਗੇ ਜਾ ਕੇ ਸ਼ਬਦ ਵੀ ਆਉਣਗੇ ਕਿ ਸਗਲ ਸਮਗਰੀ ਜਾਂ ਕਾ ਤਨਾ,
ਆ ਜਿੰਨਾ ਕੁਝ ਦਿਸ ਰਿਹਾ ਨਾ, ਆਕਾਸ਼ ਦੀ ਚੋਟੀ ਤੋਂ ਲੈ ਕੇ ਸਾਰੀ ਜ਼ਮੀਨ ਤੇ ਸਾਰੇ ਬ੍ਰਹਿਮੰਡ ਵਿੱਚ ਕਹਿੰਦੇ ਨੇ ਰੱਬ ਦਾ ਸਰੀਰ ਹੈ, ਉਹਦੀ ਦੇਹ ਹੈ, ਉਹਦੀ ਬਾਡੀ ਹੈ। ਤੇ ਅਸੀਂ ਉਹਦੀ ਬਾਡੀ ਦੇ ਇੱਥੇ ਛੋਟੇ ਛੋਟੇ, ਜਿਵੇਂ ਇੱਕ ਆਦਮੀ ਦੇ ਸਰੀਰ ਤੇ ਛੋਟੇ ਛੋਟੇ ਰੋਮ ਉੱਗੇ ਹੁੰਦੇ ਨੇ, ਜਿਵੇਂ ਸਾਡੇ ਸਰੀਰ ਤੇ 3.5 ਕਰੋੜ ਰੋਮ ਮੰਨਿਆ ਗਿਆ। ਤੇ ਰੋਮ ਦੇ ਵਿੱਚ ਇੱਕ ਭਰਮ ਪੈਦਾ ਹੋ ਜਾਏ ਕਿ ਮੈਂ ਆਪਣੇ ਆਪ ਤੋਂ, ਉਹਨੂੰ ਪਤਾ ਨਹੀਂ ਤੂੰ ਇਸ ਬਾਡੀ ਦਾ ਇੱਕ ਹਿੱਸਾ ਹੀ ਹੈ, ਵੱਖਰਾ ਨਹੀਂ, ਇਹਦੇ ਵਿੱਚ ਹੀ ਹੈ ਤੂੰ, ਇਹਦੇ ਤੋਂ ਵੱਖਰਾ ਨਹੀਂ। 3 ਵਿਸ਼ੇ ਆਪਾਂ ਲਵਾਂਗੇ। ਸਭ ਤੋਂ ਪਹਿਲਾ ਸੱਚਾਈ ਇਹ ਹੈ ਕਿ ਇਹ ਸਾਰੀ ਕਾਇਨਾਤ, ਸਾਰਾ ਵਖਰੇਵਾਂ ਵੱਖਰਾ ਵੱਖਰਾ ਨਹੀਂ, ਇੱਕੋ ਹੀ ਹੈ। ਸਾਰਾ ਬ੍ਰਹਿਮੰਡ ਜੁੜਿਆ ਹੋਇਆ ਹੈ, ਸਭ ਕੁਝ ਇੱਕ ਹੈ। ਤੇ ਦੂਸਰੀ ਦੁਨੀਆ ਸਾਡੀ ਉਹ ਮਨ ਕਰਕੇ ਪੈਦਾ ਹੋਈ। ਉਹ ਇਉਂ ਲੱਗਦਾ ਹੈ ਕਿ ਮੈਂ ਕੁਝ ਕਰਨਾ ਪਿਆ, ਆ ਮੇਰਾ ਨਾਮ ਹੈ, ਆ ਮੇਰਾ ਪਰਿਵਾਰ ਹੈ, ਇਹ ਮੇਰਾ ਧਰਮ ਹੈ, ਆ ਮੇਰਾ ਜਪ ਹੈ, ਆ ਮੇਰਾ ਤਪ ਹੈ, ਆ ਮੇਰੀ ਸੇਵਾ, ਆ ਮੇਰਾ ਧਨ ਹੈ, ਆ ਮੇਰਾ ਧਾਮ ਹੈ। ਇਹਨੂੰ ਕਹਿੰਦੇ ਨੇ ਮਨ ਦੀ ਬਣਾਈ ਹੋਈ ਕਲਪਿਤ ਦੁਨੀਆ, ਫਿਕਸ ਕੀਤਾ ਹੋਇਆ ਜੀਵਨ, ਜੋ ਅਸਲ ਵਿੱਚ ਹੈ ਹੀ ਨਹੀਂ। ਮਨ ਕਿਵੇਂ ਬਣਿਆ? ਕਿਉਂਕਿ ਇਹ ਸਾਰੀ ਖੇਡ ਮਨ ਦੀ ਹੈ। ਤੇ ਸੱਚਾਈ ਇਹ ਹੈ ਵੀ ਮਨ ਦਾ ਆਪਣਾ ਵੀ ਕੋਈ ਵਜੂਦ ਹੈ ਹੀ ਕੋਈ ਨਹੀਂ। ਮਨ ਲਗਾਤਾਰ ਨਹੀਂ ਰਹਿੰਦਾ, ਖਿਆਲ ਰੱਖਣਾ। ਆ ਜਦੋਂ ਆਪਾਂ ਨੀਂਦ ਵਿੱਚ ਜਾਂਦੇ ਉਦੋਂ ਕੀ ਹੁੰਦਾ? ਉਦੋਂ ਮਨ ਰਹਿੰਦਾ ਹੀ ਨਹੀਂ। ਜੇ ਮਨ ਹੋਵੇ ਤੇ ਖਿਆਲ ਚੱਲਣਗੇ। ਮਨ ਸਮੇਟਿਆ ਜਾਂਦਾ ਹੈ, ਅੰਦਰ ਵਲੇਟਿਆ ਜਾਂਦਾ ਹੈ। ਤੇ ਜੇ ਮਨ ਇੰਨਾ ਸਟਰੋਂਗ ਹੋ ਜਾਏ ਵੀ ਉਹ ਨੀਂਦ ਵਿੱਚ ਵੀ ਚੁੱਪ ਨਾ ਕਰੇ, ਫਿਰ ਨੀਂਦ ਗੂੜੀ ਨਹੀਂ ਆਉਂਦੀ। ਉਹਨੂੰ ਕਹਿੰਦੇ ਨੇ ਆਦਮੀ ਨੂੰ ਪਤਾ ਲੱਗਦਾ ਰਹਿੰਦਾ ਕਿ ਮੈਂ ਸੁੱਤਾ ਹੋਇਆ ਨਹੀਂ। ਮਨ ਦੇ ਵਿੱਚ ਖਿਆਲ ਚੱਲੀ ਜਾਂਦੇ ਨੇ, ਸਰੀਰ ਸੌਂ ਜਾਂਦਾ ਹੈ। ਉਹਦੇ ਨਾਲ ਤ੍ਰਿਪਤੀ ਨਹੀਂ ਆਉਂਦੀ, ਸਕੂਨ ਨਹੀਂ ਮਿਲਦਾ। ਮਨ ਬਹੁਤਾ ਜੜ ਹੋ ਗਿਆ। ਮਨ ਦੇ ਵਿੱਚ ਇੱਕ ਤੱਤ ਹੁੰਦਾ ਹੈ, ਇੱਕ ਲਿਕਵਿਡ ਤੱਤ ਹੈ, ਉਹਦਾ ਤਰਲ ਹੋਣਾ, ਝੁਕਣਾ, ਲਿਫ ਜਾਣਾ, ਨਿਮਰਤਾ ਵਿੱਚ ਆਉਣਾ। ਜਦੋਂ ਉਹ ਤੱਤ ਘਟ ਜਾਂਦਾ ਹੈ ਤੇ ਮਨ ਜੜ ਹੋ ਜਾਂਦਾ ਹੈ, ਸਖਤ ਹੋ ਜਾਂਦਾ ਹੈ। ਫਿਰ ਉਹ ਨੀਂਦ ਵਿੱਚ ਵੀ ਆਪਣੀ ਹੋਂਦ ਨੂੰ ਗਵਾਉਂਦਾ ਨਹੀਂ। ਜਾਂ ਜਿਨ੍ਹਾਂ ਨੇ ਇਹ ਸਾਧਨਾਵਾਂ ਕੀਤੀਆਂ ਨੇ, ਉਹ ਕਹਿੰਦੇ ਨੀਂਦ ਵਿੱਚ ਮਨ ਬਿਲਕੁਲ ਛੋਟਾ ਜਿਹਾ ਕਣ ਬਣ ਕੇ ਇੱਕ ਸਾਈਡ ਤੇ ਟਿਕ ਜਾਂਦਾ, ਖਤਮ ਨਹੀਂ ਹੁੰਦਾ। ਉਹ ਉਡੀਕ ਕਰਦਾ ਕਿ ਜਦੋਂ ਇਹ ਜਾਗੇਗਾ ਮੈਂ ਫਿਰ ਕਿਰਿਆ ਸ਼ੁਰੂ ਕਰਾਂਗਾ। ਇਹ ਮਨ ਪੰਜ ਤੱਤ ਤੇ ਜਨਮਾ। ਮਨ ਬਣਿਆ ਕਿਵੇਂ ਹੈ? ਮਨ ਬਣਿਆ, ਸਾਡਾ ਸਰੀਰ 2 ਚੀਜ਼ਾਂ ਦਾ ਬਣਿਆ, ਖਿਆਲ ਰੱਖਣਾ। ਸਾਡੀ ਦੇਹ ਜਿਹੜੀ ਹੈ ਨਾ, 2 ਚੀਜ਼ਾਂ ਦੀ ਬਣੀ ਹੈ, ਜੋਤ ਆਤਮਾ ਦੀ ਤੇ ਮਿੱਟੀ ਨੂੰ ਮਿਲਾ ਕੇ ਇਕੱਠਾ ਕੀਤਾ ਗਿਆ। ਇੱਕ ਤਾਂ ਜੋਤ ਰੱਖੀਏ, ਆਨੰਦ ਸਾਹਿਬ ਵਿੱਚ ਪੜ੍ਹਨੇ ਆ, ਇਹ 5 ਤੱਤਾਂ ਦਾ ਸਰੀਰ ਹੈ, ਇਹਦੇ ਵਿੱਚ ਜੋਤ ਪਾਈ। ਤੇ ਜਦੋਂ ਜੋਤ ਤੇ ਸਰੀਰ ਦਾ ਟਕਰਾਅ ਹੋਇਆ ਨਾ ਆਪਸ ਵਿੱਚ, ਦੋਵੇਂ ਆਪਸ ਵਿੱਚ ਟਕਰਾ ਗਏ, ਉਹਦੇ ਵਿੱਚ ਜਿਹੜਾ ਵਿਸਫੋਟ ਹੋਇਆ, ਦੋਵਾਂ ਦੇ ਟਕਰਾਉਣ ਵਿੱਚ ਜਿਹੜੀ ਆਵਾਜ਼ ਆਈ, ਉਹਦਾ ਮਨ ਬਣ ਗਿਆ। ਮਨ ਦਾ ਅਸਲੀ ਕੋਈ ਵਜੂਦ ਨਹੀਂ, ਇਹ ਆਤਮਾ ਤੇ ਸਰੀਰ ਦੇ ਟਕਰਾਅ ਵਿੱਚੋਂ ਉਪਜੀ ਹੋਈ ਇੱਕ ਸੂਖਸ਼ਮ ਸ਼ਕਤੀ ਹੈ। ਤੇ ਜਿਸ ਵੇਲੇ ਸਰੀਰ ਤੇ ਆਤਮਾ ਦੇ ਤੱਤ ਵੱਖਰੇ ਹੋ ਜਾਂਦੇ ਨੇ, ਉਸ ਵੇਲੇ ਮਨ ਵੀ ਖਤਮ ਹੋ ਜਾਂਦਾ। ਫਿਰ ਕਹਿੰਦੇ ਨੇ ਹੁਣ ਇਹਦਾ ਮਨ ਟਿਕ ਗਿਆ। ਮਨ ਟਿਕਦਾ ਨਹੀਂ, ਮਨ ਹੁੰਦਾ ਹੀ ਨਹੀਂ ਅਸਲ ਵਿੱਚ। ਜਿੰਨਾ ਚਿਰ ਮਨ ਹੈ ਉਹ ਟਿਕੇਗਾ ਨਹੀਂ, ਬਿਲਕੁਲ ਮਨ ਕਦੀ ਨਹੀਂ ਟਿਕਿਆ। ਅਸਲ ਵਿੱਚ ਜਦੋਂ ਸਰੀਰ ਤੇ ਆਤਮਾ ਦਾ ਟਕਰਾਵ ਘਟ ਜਾਂਦਾ ਹੈ ਨਾ, ਸ਼ਬਦ ਦੇ ਅਭਿਆਸ ਦੁਆਰਾ, ਉਹ ਕਹਿੰਦੇ ਨਹੀਂ ਆਪਸ ਵਿੱਚ, ਤੱਤ ਜਿਹੜੇ ਨੇ ਆਪੋ ਆਪਣੇ ਥਾਵਾਂ ਤੇ ਟਿਕ ਜਾਂਦੇ ਨੇ। ਨਾਮ ਦੀ ਕਮਾਈ ਦੁਆਰਾ, ਗੁਰੂ ਕੀ ਸਿੱਖਿਆ ਦੁਆਰਾ ਸਰੀਰ ਦੇ ਹਰ ਇੱਕ ਚੀਜ਼ਾਂ ਜਿਹੜੀਆਂ ਨੇ ਥਾਂ ਥਾਂ ਹੀ ਟਿਕ ਜਾਂਦੀਆਂ, ਆਪੋ ਆਪਣੇ ਥਾਂ ਤੇ, ਇੱਕ ਦੂਜੇ ਨਾਲ ਟਕਰਾਉਂਦੀਆਂ ਨਹੀਂ। ਪਾਣੀ ਵਾਲੀ ਥਾਂ ਤੇ ਪਾਣੀ ਰਹਿੰਦਾ, ਆਕਾਸ਼ ਵਾਲੀ ਥਾਂ ਤੇ ਆਕਾਸ਼, ਅਗਨੀ ਦੀ ਥਾਂ ਤੇ ਅਗਨੀ, ਮਿੱਟੀ ਦੀ ਥਾਂ ਤੇ ਮਿੱਟੀ। ਸਾਰੀਆਂ ਚੀਜ਼ਾਂ ਜਦੋਂ ਆਪਣੇ ਥਾਂ ਤੇ ਟਿਕ ਗਈਆਂ ਤੇ ਫਿਰ ਜੀਵਨ ਦੇ ਵਿੱਚ ਬੈਲੈਂਸ ਬਣ ਜਾਂਦਾ। ਉਹਨੂੰ ਧਰਮ ਕਹਿੰਦੇ ਨੇ। ਕੋਈ ਕਿਸੇ ਨਾਲ ਟਕਰਾਉਂਦਾ ਨਹੀਂ। ਗੁਰੂ ਅਰਜਨ ਦੇਵ ਜੀ ਨੂੰ ਪੜ੍ਹੋ, ਸਤਿਗੁਰੂ ਇੱਕ ਬਚਨ ਕਹਿੰਦੇ ਨੇ, ਪੈ ਕੋਏ ਨਾ ਕਿਸੈ ਰਜਾਣ ਦਾ,
ਇਹ ਹੋਆ ਹਲੇਮੀ ਰਾਜ ਜੀਓ। ਕੋਈ ਨਹੀਂ ਅੰਦਰ ਟਕਰਾਉਂਦਾ ਇੱਕ ਦੂਜੇ ਨਾਲ। ਬਸ ਸਾਡੇ ਵਿੱਚ ਦੁੱਖ ਇਸ ਚੀਜ਼ ਦਾ, ਅਸੀਂ ਅੰਦਰੋਂ ਵੀ ਟਕਰਾਏ ਜਾਂਦੇ ਹਾਂ ਤਾਂ ਬਾਹਰ ਟਕਰਾਉਂਦੇ ਹਾਂ। ਤੁਸੀਂ ਵੇਖੋ ਬ੍ਰਹਿਮੰਡ ਵਿੱਚ ਕਿੰਨੇ ਤਾਰੇ ਸਿਆਰੇ ਘੁੰਮਦੇ ਨੇ, ਕੋਈ ਕਿਸੇ ਨਾਲ ਟਕਰਾਉਂਦਾ ਨਹੀਂ, ਸਾਰੇ ਆਪੋ ਆਪਣੇ ਰਾਹ ਤੇ ਜਾ ਰਹੇ ਨੇ। ਤਾਂ ਇਸ ਤਰ੍ਹਾਂ ਜਿੰਨਾ ਜੀਵਨ ਦੇ ਵਿੱਚ ਸਾਡੇ ਵਿੱਚ ਟਕਰਾਅ ਹੋਵੇਗਾ ਨਾ, ਜਿਹਨੂੰ ਪੰਜਾਂ ਦਾ ਝਗੜਾ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਨੇ, ਕਹਿਤ ਕਬੀਰ ਪੰਚ ਕੋ ਝਗੜਾ। ਇਹ ਆਪਸ ਵਿੱਚ ਝਗੜਦੇ ਰਹਿੰਦੇ ਨੇ, ਕਸ਼ਮਕਸ਼ ਬਣੀ ਰਹਿੰਦੀ। ਜਿੰਨੇ ਆਪਸ ਵਿੱਚ ਪੰਜ ਝਗੜਨਗੇ, ਵਿਰੋਧੀ ਤੱਤ ਲੜਨਗੇ ਆਪਸ ਵਿੱਚ ਸਰੀਰ ਵਿੱਚ, ਓਨਾ ਮਨ ਸਟਰੋਂਗ ਹੋ ਜਾਏਗਾ, ਓਨਾ ਹੀ ਮਨ ਦੌੜੇਗਾ, ਓਨਾ ਹੀ ਭੱਜੇਗਾ। ਗੁਰੂ ਕਾ ਸ਼ਬਦ ਕੀ ਕਰਦਾ ਸਿੱਖ ਦੇ ਸਰੀਰ ਵਿੱਚ? ਸਾਰਿਆਂ ਤੱਤਾਂ ਨੂੰ ਤ੍ਰਿਪਤ ਕਰ ਦਿੰਦਾ, ਸਾਰਿਆਂ ਨੂੰ ਸਮਝਾ ਦਿੰਦਾ। ਜਿਵੇਂ ਤੁਸੀਂ ਵੇਖੋ ਕਿ ਬੱਚੇ ਕਲਾਸ ਵਿੱਚ ਲੜਦੇ ਹੋਣ ਨਾ, ਛੋਟੀ ਜਿਹੀ ਉਦਾਹਰਨ ਦੇ ਦਿਆਂ, ਕਲਾਸ ਵਿੱਚ ਟੀਚਰ ਨਾ ਹੋਵੇ ਤੇ ਬੱਚੇ ਵੇਖੋ ਕੀ ਕਰਦੇ ਕਲਾਸਰੂਮ ਵਿੱਚ, ਇੱਕ ਦੂਜੇ ਦੇ ਬੈਗ ਸਿੱਟਦੇ ਨੇ, ਇੱਕ ਦੂਜੇ ਦੀਆਂ ਕਿਤਾਬਾਂ ਖਿਲਾਰਦੇ ਨੇ, ਕੋਈ ਕਿਸੇ ਨੂੰ ਪੜ੍ਹ ਕੇ ਧੂੰਦਾ ਹੈ। ਬਸ ਟੀਚਰ ਅੰਦਰ ਆਇਆ ਨਹੀਂ, ਸਾਰੇ ਥਾਂ ਥਾਂ ਹੀ ਬੈਠ ਗਏ, ਰੌਲਾ ਖਤਮ ਹੋ ਗਿਆ, ਆਪੋ ਆਪਣੀ ਥਾਂ ਲੈ ਲਈ, ਟਿਕ ਕੇ ਬੈਠ ਗਿਆ ਬਿਲਕੁਲ। ਇਸ ਤਰ੍ਹਾਂ ਜਿਸ ਵੇਲੇ ਗੁਰੂ ਕਾ ਸ਼ਬਦ ਗੁਰਸਿੱਖ ਦੇ ਜੀਵਨ ਵਿੱਚ ਆਉਂਦਾ ਹੈ, ਉਹਦੇ ਸਰੀਰ ਵਿੱਚ ਵਰਤ ਰਹੀਆਂ ਅਨੇਕ ਸ਼ਕਤੀਆਂ ਆਪੋ ਆਪਣੇ ਥਾਂ ਤੇ ਸਥਿਰ ਹੋ ਜਾਂਦੀਆਂ ਨੇ, ਟਿਕ ਜਾਂਦੀਆਂ ਨੇ। ਉਹਨੂੰ ਕਹਿੰਦੇ ਨੇ, ਹੁਣ ਕਹਿੰਦੇ ਮੇਰਾ ਮਨ ਟਿਕ ਗਿਆ। ਹੋਰ ਕੀ ਹੋਇਆ? ਸਾਰੇ ਆਪੋ ਆਪਣੀ ਥਾਂ ਤੇ ਆ ਗਏ। ਉਹਨੂੰ ਕਹਿੰਦੇ ਹੁਣ ਮਨ ਟਿਕਿਆ। ਜਿੱਥੇ ਗੁਰੂ ਕਾ ਸ਼ਬਦ ਅੰਦਰ ਪ੍ਰਵੇਸ਼ ਕਰ ਜਾਏਗਾ, ਇਸ ਜੀਵਨ ਦੀਆਂ ਸਾਰੀਆਂ ਸ਼ਕਤੀਆਂ ਆਪੋ ਆਪਣੀ ਥਾਂ ਲੈ ਲੈਣਗੀਆਂ ਔਰ ਚੰਗੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦੇਣਗੀਆਂ। ਉਸ ਤੋਂ ਪਹਿਲਾਂ ਉਹ ਕੰਮ ਵੀ ਠੀਕ ਨਹੀਂ ਕਰਨਗੀਆਂ ਤੇ ਰੌਲਾ ਵੀ ਬਹੁਤ ਪਏਗਾ। ਇਸ ਕਰਕੇ ਕਹਿੰਦੇ ਨੇ ਗੁਰੂ ਤੋਂ ਬਿਨਾਂ ਜੀਵਨ ਇਸ ਤਰ੍ਹਾਂ ਜਿਵੇਂ ਕਲਾਸ ਵਿੱਚ ਟੀਚਰ ਨਹੀਂ ਆਇਆ ਤੇ ਵਿਦਿਆਰਥੀ ਝਗੜਦੇ ਨੇ। ਬੰਦੇ ਦਾ ਸਰੀਰ ਇਸ ਤਰ੍ਹਾਂ, ਕਹਿਤ ਕਬੀਰ ਪੰਚ ਕੋ ਝਗੜਾ, ਝਗੜਤ ਜਨਮ ਗਵਾਇਆ। ਇਸ ਤਰ੍ਹਾਂ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਇਸ ਤਰੀਕੇ ਦੇ ਨਾਲ ਮਨ ਪੈਦਾ ਹੁੰਦਾ ਹੈ। ਜਦੋਂ ਅੰਦਰ ਨਾਮ ਨਹੀਂ ਹੁੰਦਾ, ਉਸ ਵੇਲੇ ਬਿਨ ਨਾਵੈ ਜਗ ਕਮਲਾ ਫਿਰੈ। ਸਰੀਰ ਦੀਆਂ ਸ਼ਕਤੀਆਂ ਕਮਲੀਆਂ ਹੋ ਕੇ ਦੌੜਦੀਆਂ ਨੇ, ਇੱਕ ਦੂਜੇ ਨਾਲ ਟਕਰਾਉਂਦੀਆਂ ਨੇ। ਮਨ ਓਨਾ ਹੀ ਬੇਚੈਨ, ਓਨਾ ਹੀ ਉਹ ਦੁੱਖ ਵਿੱਚ ਚਲਾ ਜਾਂਦਾ ਹੈ। ਤਾਂ ਗੁਰੂ ਕਾ ਸ਼ਬਦ ਨਾਮ ਹੀ ਹੈ, ਸਿਰਫ ਗੁਰਬਾਣੀ ਹੀ ਹੈ ਜਿਹੜੀ ਸਾਡੇ ਸਾਰੇ ਜੀਵਨ ਨੂੰ ਕੰਟਰੋਲ ਕਰ ਸਕਦੀ ਹੈ। ਉਸ ਤੋਂ ਬਿਨਾਂ ਨਹੀਂ ਹੋ ਸਕਦਾ। ਮਨ ਨਾਲ ਮਨ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ, ਗਲਤ ਹੈ, ਕਦੀ ਕੰਟਰੋਲ ਨਹੀਂ ਹੋਏਗਾ। ਵਿਦਿਆਰਥੀਆਂ ਤੋਂ ਵਿਦਿਆਰਥੀ ਕੰਟਰੋਲ ਨਹੀਂ ਹੁੰਦੇ, ਉਹਦੇ ਉੱਤੇ ਅਧਿਆਪਕ ਚਾਹੀਦਾ ਹੈ। ਅਸੀਂ ਮਨ ਦੁਆਰਾ ਮਨ ਨੂੰ ਕੰਟਰੋਲ ਕਰਨਾ ਚਾਹੁੰਦੇ ਹਾਂ, ਗਲਤ ਹੈ, ਨਹੀਂ ਹੋ ਸਕਦਾ। ਇਸ ਪਾਸੇ ਜ਼ੋਰ ਨਹੀਂ ਲਾਉਣਾ ਚਾਹੀਦਾ। ਤਾਂ ਹੀ ਸਤਿਗੁਰੂ ਨੇ ਕਹਿ ਦਿੱਤਾ ਸੀ, ਮਨ ਵੇਚੈ ਸਤਿਗੁਰੂ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ। ਉਹਦੇ ਜੀਵਨ ਦੇ ਕਾਰਜ ਰਾਸ ਹੋ ਜਾਣਗੇ। ਤਾਂ ਇਹ ਵਿਸ਼ਾ ਜਿਹੜਾ ਮੈਂ ਅੱਗੇ ਚਲਾ ਗਿਆ ਕਿ ਇੱਕ ਵਿਸ਼ਾ ਹੈ ਪਰਮਾਤਮਾ ਸਾਰਿਆਂ ਵਿੱਚ ਵਰਤ ਰਿਹਾ, ਜੀ ਜੰਤ ਕੇ ਠਾਕੁਰਾ ਆਪੇ ਵਰਤਨਹਾਰ। ਤੇ ਇੱਕ ਸਾਡੀ ਬਣਾਈ ਹੋਈ ਮਿਥਿਆ ਝੂਠੀ ਦੁਨੀਆ ਹੈ, ਕਲਪਿਤ ਜੀਵਨ ਹੈ, ਉਹ ਮਨ ਨੇ ਪੈਦਾ ਕੀਤਾ ਹੈ ਤੇ ਮਨ ਤੇ ਆਪ ਹੀ ਸਥਿਰ ਨਹੀਂ। ਉਹਦੇ ਦੁਆਰਾ ਬਣਾਇਆ ਗਿਆ ਸੰਸਾਰ ਕਿਵੇਂ ਸਥਿਰ ਝੂਠਾ ਹੈ। ਤਾਂ ਉਸ ਦਸ਼ਾ ਦੇ ਵਿੱਚ ਭਰਮ ਪੈਦਾ ਹੁੰਦਾ ਹੈ ਤੇ ਉਸ ਭਰਮ ਵਿੱਚ ਇੱਕ ਅਗਿਆਨ ਪੈਦਾ ਹੁੰਦਾ ਹੈ। ਉਸ ਅਗਿਆਨ ਵਿੱਚ ਇੱਕ ਝੂਠੀ ਧਾਰਨਾ ਬਣ ਜਾਂਦੀ ਹੈ ਅੰਦਰ। ਉਹ ਝੂਠੀ ਧਾਰਨਾ ਕਿਹੜੀ ਹੈ ਕਿ ਆਪਣੇ ਜੀਵਨ ਨੂੰ ਮੈਂ ਖੁਦ ਚਲਾ ਰਿਹਾ। ਇਹ ਸਹਿਜੇ ਸਹਿਜੇ ਇੰਨੀ ਵੱਧ ਜਾਂਦੀ ਕਿ ਪਰਮਾਤਮਾ ਦੀ ਅਕਾਲ ਪੁਰਖ ਦੀ ਗੱਲ ਅੰਦਰੋਂ ਖਤਮ ਹੀ ਹੋ ਜਾਂਦੀ ਹੈ ਕਿ ਉਹ ਵੀ ਕਿਤੇ ਹੈ। ਇਸ ਅਵਸਥਾ ਵਿੱਚ ਆ ਕੇ ਹਉਮੈ ਪ੍ਰਬਲ ਹੋ ਜਾਂਦੀ ਹੈ। ਇਹਨੂੰ ਫਿਰ ਦੀਰਘ ਰੋਗ ਕਿਹਾ, ਪਕੜ ਕਰ ਜਾਂਦੀ ਹੈ ਜੀਵਨ ਵਿੱਚ। ਉਹ ਮੰਨਦੇ ਹੀ ਨਹੀਂ ਕਿ ਕੋਈ ਕਰਨ ਵਾਲਾ ਵੀ ਹੈ, ਮੈਂ ਹੀ ਸਭ ਕੁਝ ਕਰ ਰਿਹਾ। ਔਰ ਮੈਂ ਇੱਕ ਤੀਜੀ ਗੱਲ ਕਹੀ ਸੀ, ਸਾਰੀ ਸਾਧਨਾ ਧਰਮ ਦੀ, ਗੁਰੂ ਗ੍ਰੰਥ ਸਾਹਿਬ ਦੀ ਸਾਰੀ ਸਿੱਖਿਆ ਇਸ ਮਨ ਦੀ ਬਣਾਈ ਹੋਈ ਧਾਰਨਾ ਨੂੰ ਵੱਢਣ ਵਾਸਤੇ ਹੈ, ਤੋੜਨ ਵਾਸਤੇ, ਭੰਨਣ ਵਾਸਤੇ। ਜਿਨ੍ਹਾਂ ਮਨ ਦੀ ਧਾਰਨਾ ਨੂੰ ਭੰਨ ਲਿਆ, ਸਮਝ ਲਓ ਕਾਮਯਾਬ ਹੋ ਗਿਆ ਧਰਮ ਵਿੱਚ। ਜਿਹੜਾ ਮਨ ਨੂੰ ਨਹੀਂ ਤੋੜ ਸਕਿਆ, ਉਹ ਨਹੀਂ ਕਾਮਯਾਬ ਹੋਏਗਾ ਕਦੇ। ਇਹਨੂੰ ਤੋੜਨਾ ਹੈ, ਇਹ ਸਾਡਾ ਮਕਸਦ ਹੈ, ਇਹ ਸਾਡਾ ਏਮ ਹੈ।
ਕਿ ਅਸੀਂ ਆਪਣੇ ਜੀਵਨ ਦੀਆਂ ਉਹਨਾਂ ਰੁਚੀਆਂ ਨੂੰ ਤੋੜਨਾ ਜੋ ਮਨ ਦੁਆਰਾ ਪੈਦਾ ਕੀਤੀਆਂ ਗਈਆਂ ਨੇ, ਤੇ ਉਹਨਾਂ ਰੁਚੀਆਂ ਨੂੰ ਅੰਦਰੋਂ ਉਜਾਗਰ ਕਰਨਾ ਹੈ ਜੋ ਆਤਮਾ ਦੁਆਰਾ ਪੈਦਾ ਕੀਤੀਆਂ ਗਈਆਂ। ਉਹਨਾਂ ਨੂੰ ਜਿੰਦਾ ਕਰਨਾ ਹੈ, ਦੂਸਰੀਆਂ ਨੂੰ ਮਾਰ ਦੇਣਾ, ਖਤਮ ਕਰ ਦੇਣਾ। ਇਹ ਕਾਰਜ ਹੈ ਇੱਕ ਧਾਰਮਿਕ ਮਨੁੱਖ ਦਾ, ਇਹ ਕੰਮ ਹੈ, ਇਹਦੇ ਉੱਤੇ ਉਹ ਕਾਰਜ ਕਰਦਾ ਹੈ, ਉਹਦੀ ਕਲਾਸ ਹੈ, ਉਹਦਾ ਬਿਜ਼ਨਸ ਹੈ, ਉਹਦਾ ਲੈਸਨ ਹੈ। ਤਾਂ ਸਾਰਿਆਂ ਵਿੱਚ ਆਪ ਵਰਤ ਰਿਹਾ ਹੈ। ਇਹ ਕਿਹਨਾਂ ਨੂੰ ਦਿਸਿਆ? ਜਿਨ੍ਹਾਂ ਨੇ ਗੁਰੂ ਕੇ ਸ਼ਬਦ ਦੁਆਰਾ ਆਪਣੀ ਮੈਂ ਨੂੰ ਮਾਰ ਸੁੱਟਿਆ, ਆਪਣੇ ਹੰਕਾਰ ਨੂੰ ਤੋੜ ਦਿੱਤਾ। ਤੇ ਜਦੋਂ ਆਪਣੇ ਆਪ ਨੂੰ ਤੋੜਿਆ ਨਾ, ਹੰਕਾਰ ਦੇ ਚਸ਼ਮੇ ਲੱਥੇ ਉੱਤੋਂ, ਭਰਮ ਦੀਆਂ ਐਨਕਾਂ ਲੈ ਗਈਆਂ, ਤੇ ਉਸ ਦਸ਼ਾ ਵਿੱਚ ਹੈਰਾਨ ਹੋ ਕੇ ਵੇਖਿਆ ਕਿ ਮੈਂ ਤੇ ਕਾਰੀ ਕੁਝ ਨਹੀਂ ਰਿਹਾ, ਮੇਰੇ ਵਿੱਚ ਤੇ ਉਹ ਆਪ ਵਰਤ ਰਿਹਾ ਸਾਰਿਆਂ ਥਾਵਾਂ ਤੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਕਹਿੰਦੇ ਨੇ ਕਿ ਉਹੀ ਵਰਤ ਰਿਹਾ। ਜਿੱਦਣ ਤੂੰ ਉਹਨੂੰ ਵਰਤਦੇ ਨੂੰ ਵੇਖ ਲਿਆ, ਤੇਰੀ ਸਾਂਝ ਉਹਦੇ ਨਾਲ ਬਣਨੀ ਸ਼ੁਰੂ ਹੋ ਜਾਏਗੀ। ਫਿਰ ਤੇਰੇ ਅੰਦਰ ਤੈਨੂੰ ਪ੍ਰਤੀਤ ਹੋਵੇਗਾ ਮੈਂ ਨਹੀਂ ਵਰਤਦਾ, ਉਹ ਖੁਦ ਵਰਤ ਰਿਹਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਜੀ ਜੰਤ ਕੇ ਠਾਕੁਰਾ, ਇਹ ਸੰਬੋਧਿਤ ਸ਼ਬਦ ਹੈ। ਸ਼ਲੋਕ ਜਿਹੜਾ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕੀਤਾ ਗਿਆ। ਕੀ ਕਿਹਾ ਗਿਆ? ਠਾਕੁਰਾ ਦੇ ਅਰਥ ਨੇ ਹੇ ਠਾਕੁਰ, ਹੇ ਅਕਾਲ ਪੁਰਖ ਵਾਹਿਗੁਰੂ, ਤੁਸੀਂ ਸਾਰੇ ਹੀ ਜੀਵਾਂ ਜਨਤਾ ਦੇ ਠਾਕੁਰ ਹੋ, ਸੁਆਮੀ ਹੋ, ਸਾਰਿਆਂ ਨੂੰ ਬਣਾਉਣ ਵਾਲੇ ਹੋ, ਸਾਰਿਆਂ ਦੇ ਮਾਲਕ ਹੋ। ਔਰ ਕਹਿੰਦੇ ਆਪੇ ਵਰਤਣਹਾਰ, ਸਾਰਿਆਂ ਦੇ ਵਿੱਚ ਆਪ ਵਰਤ ਰਹੇ ਹੋ। ਆਪਣੀ ਸੱਤਿਆ ਦੇ ਕੇ ਉਹ ਤੁਹਾਡੇ ਨਾਲ ਚੱਲਦੇ ਨੇ। ਤੁਸੀਂ ਜਿਨ੍ਹਾਂ ਵਿੱਚ ਵਰਤਦੇ ਹੋ, ਤੁਰਦੇ ਨੇ, ਵੇਖਦੇ ਨੇ, ਬੋਲਦੇ ਨੇ, ਸੁਣਦੇ ਨੇ, ਕੰਮ ਕਰਦੇ ਨੇ। ਜਿਨ੍ਹਾਂ ਵਿੱਚੋਂ ਤੁਸੀਂ ਵਰਤਣਾ ਛੱਡ ਦਿੰਦੇ ਹੋ, ਉਹ ਡਿੱਗ ਪੈਂਦੇ ਨੇ, ਉਹ ਖਤਮ ਹੋ ਜਾਂਦੇ। ਉਹਨਾਂ ਦਾ ਵਜੂਦ ਹੀ ਇਸ ਨਕਸ਼ੇ ਤੋਂ ਮਿਟ ਜਾਂਦਾ ਧਰਤੀ 'ਤੇ। ਤੁਸੀਂ ਉਹਨਾਂ ਸਾਰਿਆਂ ਦੇ ਵਿੱਚ ਵਰਤ ਰਹੇ ਹੋ। ਹਜ਼ੂਰ ਕਹਿੰਦੇ ਨਾਨਕ ਏਕੋ ਪਸਰਿਆ, ਪਸਰਿਆ ਦੇ ਅਰਥ ਨੇ ਖਿਲਰਿਆ ਹੋਇਆ। ਉਹ ਇੱਕ ਸਾਰੇ ਥਾਵਾਂ 'ਤੇ ਖਿਲਰ ਗਿਆ, ਸਾਰਿਆਂ ਥਾਵਾਂ 'ਤੇ ਉਹਦੀ ਜੋਤ ਵਿਸਤਾਰਿਤ ਹੋ ਗਈ। ਦੂਜਾ ਕਹਿ ਦ੍ਰਿਸ਼ਟਾਰ, ਦੂਜਾ ਨਜ਼ਰ ਨਹੀਂ ਆਉਂਦਾ, ਇਹਨੂੰ ਕਹਿੰਦੇ ਬ੍ਰਹਮ ਦ੍ਰਿਸ਼ਟੀ। ਬ੍ਰਹਮ ਦ੍ਰਿਸ਼ਟੀ ਵਿੱਚ ਜਾ ਕੇ ਜਿੱਥੇ ਬੰਦੇ ਦੀ ਅੰਦਰਲੀ ਅੱਖ ਖੁੱਲ੍ਹ ਜਾਂਦੀ, ਅੰਦਰੋਂ ਜਾਗ ਪੈਂਦਾ, ਉਹਦੇ ਵਿੱਚ ਵੇਖ ਰਿਹਾ ਵੀ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਅਕਾਲ ਪੁਰਖ ਆਪ ਹੀ ਵਰਤ ਰਿਹਾ। ਹਜ਼ੂਰ ਕਹਿੰਦੇ ਆਪ ਕਥੈ ਆਪ ਸੁਣਨੈ ਹਾਰ। ਇਸੇ ਨੂੰ ਸ਼ਬਦ ਸੁਰਤ ਦਾ ਅਭਿਆਸ ਕਿਹਾ ਗਿਆ। ਜਿੱਦਣ ਬੋਲਦਿਆਂ ਬੋਲਦਿਆਂ ਇਹ ਪ੍ਰਤੀਤ ਹੋਣ ਲੱਗ ਪਿਆ ਵੀ ਮੈਂ ਨਹੀਂ ਬੋਲ ਰਿਹਾ, ਕੌਣ ਬੋਲ ਰਿਹਾ, ਤਾਂ ਕਹਿੰਦੇ ਨੇ ਆਪਣੇ ਸ਼ਬਦ ਨੂੰ ਸੁਣੋ। ਤਾਂ ਹੀ ਕਹਿੰਦੇ ਨੇ ਸੁਣੋ। ਕਰਦਿਆਂ ਕਰਦਿਆਂ, ਬੋਲਦਿਆਂ ਬੋਲਦਿਆਂ, ਆਪਣੀ ਆਵਾਜ਼ ਨੂੰ ਸੁਣਦਿਆਂ ਸੁਣਦਿਆਂ ਇਉਂ ਲੱਗਣ ਲੱਗ ਪਿਆ ਨਾ ਮੈਂ ਬੋਲਣ ਵਾਲਾ ਹਾਂ, ਨਾ ਮੈਂ ਸੁਣਨ ਵਾਲਾ ਹਾਂ। ਮੈਂ ਤੇ ਸਿਰਫ ਇਹਨੂੰ ਵੇਖ ਰਿਹਾ ਹਾਂ ਕਿ ਵਿੱਚ ਕੌਣ ਬੋਲ ਰਿਹਾ। ਆ ਭਗਤ ਜੀ ਬਚਨ ਕਹਿੰਦੇ ਨਾ, ਉਹ ਤੇ ਇੱਥੋਂ ਤੱਕ ਚਲੇ ਜਾਂਦੇ ਨੇ, ਸਭੈ ਘਟ ਰਾਮ ਬੋਲੇ, ਰਾਮ ਰਾਮ ਬਿਨਾ ਕੋ ਬੋਲੇ ਰੇ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਇਸ ਚੀਜ਼ ਨੂੰ ਗਹਿਰੇ ਵਿੱਚ ਜਦੋਂ ਕਰਦੇ ਹਨ ਐਸੇ ਗੁਰਮੁਖ, ਤੇ ਉਹ ਵੇਖ ਲੈਂਦੇ ਆਪ ਕਥੈ, ਉਹ ਆਪ ਹੀ ਬੋਲ ਰਿਹਾ ਹੈ ਮੇਰੇ ਵਿੱਚ। ਸਮਝ ਲਓ ਕਿ ਉਹ ਆਦਮੀ ਆਪਣੇ ਆਪ ਨੂੰ ਸ਼ਬਦ ਸੁਰਤ ਦੇ ਅਭਿਆਸ ਵਿੱਚ ਕਾਮਯਾਬੀ ਦੇ ਨੇੜੇ ਚਲਾ ਗਿਆ। ਜਿਹਨੇ ਆਪਣੀ ਆਵਾਜ਼ ਨੂੰ ਵੀ ਆਪਣੀ ਆਵਾਜ਼ ਨਹੀਂ ਸਮਝਿਆ, ਜਿਹਨੇ ਆਪਣੇ ਸ਼ਬਦ ਨੂੰ ਵੀ ਆਪਣਾ ਸ਼ਬਦ ਨਹੀਂ ਸਮਝ ਲਿਆ, ਉਹਨੂੰ ਇਉਂ ਲੱਗਾ ਕਿ ਮੇਰੇ ਵਿੱਚ ਅਕਾਲ ਪੁਰਖ ਬੋਲ ਰਿਹਾ। ਪਰ ਹੁਣ ਇੱਕ ਚੀਜ਼ ਅੱਧਾ ਹਿੱਸਾ ਬਚ ਗਿਆ, 50% ਹਉਮੈ ਤੇ ਖਤਮ ਹੋ ਗਈ। ਜਦੋਂ ਸਿੱਖ ਨੇ ਮੰਨ ਲਿਆ ਵੀ ਮੈਂ ਨਹੀਂ ਬੋਲ ਰਿਹਾ, ਮੇਰੇ ਵਿੱਚ ਰੱਬ ਬੋਲ ਰਿਹਾ, ਪਰ ਅਜੇ 50% ਬਚੀ। ਉਹ ਕਹਿੰਦਾ ਸੁਣ ਤੇ ਮੈਂ ਹੀ ਰਿਹਾ ਹਾਂ ਜੇ ਬੋਲ ਹੋ ਰਿਹਾ। ਅਜੇ ਗੁਰੂ ਤੇ ਗੁਰੂ ਹੈ, ਸ਼ਬਦ ਗੁਰੂ, ਪਰ ਚੇਲਾ ਵੱਖਰੀ ਹੋਂਦ ਬਣਾਈ ਬੈਠਾ ਹੈ। ਚੇਲੇ ਦੇ ਅਰਥ ਨੇ ਸੁਰਤ। ਚੇਲਾ ਵੱਖਰਾ ਖੜਾ ਹੈ, ਉਹ ਕਹਿੰਦਾ ਮੈਂ ਸੁਣ ਰਿਹਾ ਤੇ ਗੁਰੂ ਬੋਲ ਰਿਹਾ। 50% ਹਉਮੈ ਅਜੇ ਵੀ ਖੜੀ ਹੋਈ। ਪਰ ਇਹ ਕਰਦਿਆਂ ਕਰਦਿਆਂ ਸਹਿਜੇ ਸਹਿਜੇ ਇੱਕ ਦਿਨ ਐਸਾ ਆ ਗਿਆ ਜਿਸ ਵੇਲੇ ਇੰਜ ਲੱਗਾ ਕਿ ਸੁਣ ਵੀ ਮੈਂ ਨਹੀਂ ਰਿਹਾ, ਸੁਣ ਵੀ ਉਹ ਹੀ ਰਿਹਾ। ਹੁਣ ਚੇਲਾ ਵੀ ਨਸ਼ਟ ਹੋ ਗਿਆ।
ਚੇਲਾ ਖਤਮ ਹੋ ਕੇ ਗੁਰੂ ਵਿੱਚ ਸਮਾ ਗਿਆ ਤੇ 100% ਹਉਮੈ ਦਾ ਨਾਸ਼ ਹੋ ਗਿਆ। ਇਸ ਘੜੀ ਵਿੱਚ ਹੀ ਅੰਦਰੋਂ ਉਹਦੇ ਵਿੱਚੋਂ ਪਰਮਾਤਮਾ ਦੀ ਜੋਤ ਪ੍ਰਗਟ ਹੁੰਦੀ। ਇਹ ਸਾਡੀ ਯਾਤਰਾ, ਇਹ ਸਾਡਾ ਪੰਧ ਹੈ। ਇਸ ਕਰਕੇ ਹਜ਼ੂਰ ਕਹਿੰਦੇ ਆਪ ਕਥੈ ਆਪ ਸੁਣਨੈ ਹਾਰ। ਆਪ ਹੀ ਸੁਣਨ ਵਾਲਾ ਹੈ, ਆਪ ਹੀ ਕਥਨ ਵਾਲਾ, ਬੋਲਣ ਵਾਲਾ ਹੈ। ਹਜ਼ੂਰ ਕਹਿੰਦੇ ਆਪਹਿ ਏਕ ਆਪ ਵਿਸਥਾਰ। ਉਹਦੇ ਵਿੱਚ ਇੱਕ ਬੜੀ ਵੱਡੀ ਯੋਗਤਾ ਹੈ, ਕਿਉਂ ਸਾਰੇ ਵੱਖਰਿਆਂ ਵੱਖਰਿਆਂ ਵਿੱਚ ਵੱਖਰਾ ਵੀ ਦਿਸਦਾ, ਉਹਦੇ ਵਿੱਚ ਵਖਰੇਵਾਂ ਵੀ ਹੈ। ਕਈ ਰੂਪਾਂ ਦੇ ਵਿੱਚ ਉਹ ਦਿਸਦਾ ਤੇ ਦੂਸਰੇ ਪਾਸੇ ਉਹ ਇਕੱਲਾ ਵੱਖਰਾ ਵੀ ਰਹਿੰਦਾ। ਦੋਵੇਂ ਉਹਦੇ ਵਿੱਚ ਗੁਣ ਨੇ, ਇਕੱਲਾ ਵੀ ਰਹਿ ਸਕਦਾ ਤੇ ਵੱਖਰਾ ਵੀ ਰਹਿੰਦਾ ਹੈ। ਇੱਕ ਥਾਂ ਤੇ ਉਹ ਆਪਣਾ ਸਾਈਡ ਤੇ ਇਕੱਲਾ ਰਹਿੰਦਾ ਤੇ ਦੂਸਰੇ ਪਾਸੇ ਬਿਲਕੁਲ ਉਹ ਸਾਰਿਆਂ ਦੇ ਵਿੱਚ ਵੱਖਰਾ ਵੱਖਰਾ। ਸਤਿਗੁਰੂ ਨੇ ਉਦਾਹਰਨ ਦਿੱਤੀ, ਜਿਵੇਂ ਚੰਦਰਮਾ ਆਕਾਸ਼ ਵਿੱਚ ਇਕੱਲਾ ਹੈ, ਤੁਸੀਂ ਜ਼ਮੀਨ ਤੇ 20 ਘੜੇ ਰੱਖ ਦਿਓ, ਉਹਨਾਂ ਵਿੱਚ ਪਾਣੀ ਪਾ ਦਿਓ ਤੇ ਸਾਰਿਆਂ ਵਿੱਚ ਇੱਕ ਇੱਕ ਚੰਦਰਮਾ ਨਜ਼ਰ ਆਵੇਗਾ। ਹਰ ਇੱਕ ਘੜਾ ਕਹੇਗਾ ਵੀ ਚੰਦਰਮਾ ਮੇਰੇ ਵਿੱਚ ਹੈ। ਵੇਖਣ ਵਾਲਾ ਵੀ ਇਹ ਕਹੇਗਾ ਕਿ ਚੰਦਰਮਾ ਸਾਰਿਆਂ ਵਿੱਚ ਦਿਸਦਾ ਪਿਆ, ਪਰ ਉਹ ਇੱਕ ਜਿਹੜਾ ਉਹਦਾ ਪਰਛਾਵਾਂ ਜਾ ਰਿਹਾ ਸਾਰਿਆਂ ਵਿੱਚ ਉਹ ਚੰਦਰਮਾ ਪੂਰੀ ਤਰ੍ਹਾਂ ਨਹੀਂ। ਇਸ ਤਰ੍ਹਾਂ ਹੈ ਸੰਸਾਰ ਦੇ ਵਿੱਚ ਅਕਾਲ ਪੁਰਖ ਵੱਖਰੇ ਵੱਖਰੇ ਜੀਵਾਂ ਵਿੱਚ ਉਹਦਾ ਪ੍ਰਤੀਬਿੰਬ ਪੈ ਰਿਹਾ, ਉਹਦਾ ਪਰਛਾਵਾਂ ਪੈ ਰਿਹਾ। ਉਹ ਸਾਰਾ ਨਹੀਂ ਇਹਦੇ ਵਿੱਚ ਆਉਂਦਾ, ਸਾਰਾ ਇਹਦੇ ਵਿੱਚ ਵਿਦਮਾਨ ਨਹੀਂ। ਤਾਂ ਇਸ ਤਰ੍ਹਾਂ ਉਹ ਸਾਰਿਆਂ ਦੇ ਅੰਦਰ ਚੰਦਰਮਾ ਰੂਪ ਹੋ ਕੇ ਉਸ ਥਾਂ ਤੇ ਸਾਧ ਸੰਗਤ ਇੱਕ ਇੱਕ ਘੜੇ ਦੇ ਵਿੱਚ ਜਿਵੇਂ ਬੈਠਾ ਹੈ, ਇੱਕ ਘੜੇ ਦੇ ਅੰਦਰ ਸਾਰਿਆਂ ਵਿੱਚ ਉਹਦਾ ਪਰਛਾਵਾਂ ਪੈ ਰਿਹਾ ਹੈ। ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਸਾਰਿਆਂ ਦੇ ਵਿੱਚ ਉਹਦੀ ਜੋਤ ਜਿਹੜੀ ਹੈ ਉਹ ਵਿਚਰ ਰਹੀ ਹੈ। ਹਜ਼ੂਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਆਪੈ ਏਕ ਆਪੈ ਵਿਸਥਾਰ ਜਾਂ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ। ਉਹ ਇਕੱਲਾ ਆਪਣੀ ਮੌਜ ਵਿੱਚ ਰਹਿੰਦਾ ਹੈ ਤੇ ਜਦੋਂ ਉਹਦੇ ਮਨ ਵਿੱਚ ਮੌਜ ਆਉਂਦੀ ਹੈ ਕਿ ਮੈਂ ਸ੍ਰਿਸ਼ਟੀ ਨੂੰ ਸਾਜ ਦਿਆਂ, ਮੈਂ ਇਹਦਾ ਵਿਸਤਾਰ ਕਰ ਦਿਆਂ, ਮੈਂ ਕਈ ਪ੍ਰਕਾਰ ਦੇ ਜੀਵ ਪੈਦਾ ਕਰ ਦਿਆਂ। ਵੱਖਰੇ ਵੱਖਰੇ ਧਰਮਾਂ ਨੇ ਕਿਹਾ, ਕਿਸੇ ਨੇ ਕਿਹਾ ਕਿ ਆਦਮ ਤੋਂ ਤੇ ਹਵਾ ਤੋਂ ਸੰਸਾਰ ਬਣਿਆ, ਆਪੋ ਆਪਣੇ ਢੰਗ ਨਾਲ ਸਾਰਿਆਂ ਨੇ ਕਿਹਾ। ਪਰ ਸਤਿਗੁਰੂ ਕਹਿੰਦੇ ਨਹੀਂ, ਸੰਸਾਰ ਉਦੋਂ ਹੀ ਬਣ ਗਿਆ ਜਦੋਂ ਉਹਨੇ ਚਾਹਿਆ ਕਿ ਬਣ ਜਾਏ। ਬਸ ਉਹਦੀ ਇੱਛਾ ਹੋਈ, ਉਹਦੇ ਵਿੱਚ ਇੱਕ ਫੁਰਨਾ ਆਇਆ, ਉਹਦੀ ਇੱਛਾ ਨੇ ਸੰਸਾਰ ਨੂੰ ਪੈਦਾ ਕਰ ਦਿੱਤਾ, ਸੰਸਾਰ ਉੱਥੇ ਹੀ ਘੜਿਆ ਗਿਆ। ਇਸ ਤਰ੍ਹਾਂ ਕਹਿੰਦੇ ਜਾਂ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ। ਇਸ ਸਾਰੀ ਸ੍ਰਿਸ਼ਟੀ ਨੂੰ ਉਪਾਏ ਪੈਦਾ ਕਰ ਦਿੰਦਾ ਹੈ। ਤੇ ਫਿਰ ਜਦੋਂ ਉਹਦੇ ਮਨ ਦੇ ਵਿੱਚ ਇਹ ਇੱਛਾ ਜਾਗਦੀ ਹੈ ਕਿ ਇਹ ਪੁਰਾਣੀ ਹੋ ਗਈ, ਹੁਣ ਇਹਨੂੰ ਤੋੜ ਦਿਆਂ, ਇਹਨੂੰ ਸਮੇਟ ਦਿਆਂ, ਉਸ ਵੇਲੇ ਕਹਿੰਦੇ ਆਪਣੇ ਭਾਣੈ ਲਏ ਸਮਾਏ। ਇਹ ਭਾਣਾ ਸ਼ਬਦ ਬਹੁਤ ਮਹੱਤਵਪੂਰਨ, ਭਾਣੇ ਦੁਆਰਾ ਹੀ ਉਹਨੂੰ ਪੈਦਾ ਕਰਦਾ ਹੈ ਤੇ ਭਾਣੇ ਦੁਆਰਾ ਉਹਨੂੰ ਸਮੇਟ ਦਿੰਦਾ, ਇਕੱਠੀ ਕਰ ਦਿੰਦਾ ਹੈ। ਹਜ਼ੂਰ ਕਹਿੰਦੇ ਤੁਮ ਤੇ ਭਿੰਨ ਨਹੀਂ ਕਿਛ ਹੋਏ, ਆਪਨ ਸੂਤ ਸਭ ਜਗਤ ਪਰੋਏ। ਇੱਕ ਸੂਤਰ ਦੁਆਰਾ ਸਾਰੇ ਜਗਤ ਨੂੰ ਬੰਨ੍ਹ ਕੇ ਉਹਨੇ ਆਪਣੇ ਹੱਥਾਂ ਵਿੱਚ ਰੱਖਿਆ ਹੋਇਆ। ਸੂਤਰ ਉਹਦੇ ਹੱਥ ਵਿੱਚ, ਜੀਵ ਕਿੱਥੇ ਕਿੱਥੇ ਵਿਚਰ ਰਹੇ ਨੇ, ਉਹਦੇ ਤੋਂ ਭਿੰਨ ਕੋਈ ਹੋ ਹੀ ਨਹੀਂ ਸਕਦਾ, ਵੱਖਰਾ ਨਹੀਂ ਹੋ ਸਕਦਾ। ਸਾਰੇ ਉਹਦੇ ਇੱਕ ਸੂਤਰ ਵਿੱਚ ਪਰੋਏ ਹੋਏ ਨੇ, ਸਾਰੇ ਉਹਦੇ ਹੱਥਾਂ ਵਿੱਚ ਹਨ। ਹਜ਼ੂਰ ਕਹਿੰਦੇ ਜਾਂ ਕੋ ਪ੍ਰਭ ਜੀਓ ਆਪ ਬੁਝਾਏ। ਪਰ ਇਹ ਸਮਝ ਕਿਸੇ ਬਿਰਲੇ ਨੂੰ ਆਉਂਦੀ ਹੈ, ਸਾਰਿਆਂ ਨੂੰ ਇਹ ਸਮਝ ਨਹੀਂ ਆਉਂਦੀ। ਕਹਿਣ ਲੱਗੇ ਕਿਸੇ ਬਿਰਲੇ ਦੇ ਮਨ ਦੇ ਵਿੱਚ ਆਪ ਵਸਦਾ ਹੈ ਤੇ ਉਹਨੂੰ ਇਸ ਬੁਝਾਰਤ ਦੀ ਸਮਝ ਆ ਜਾਂਦੀ, ਉਹ ਇਸ ਚੀਜ਼ ਨੂੰ ਜਾਣ ਲੈਂਦਾ ਹੈ ਤੇ ਇਸ ਨੂੰ ਬੁੱਝਣ ਦਾ ਕੀ ਲਾਭ ਹੈ। ਆਮ ਤੌਰ ਤੇ ਖਿਆਲ ਆਏਗਾ ਵੀ ਉਹਨੇ ਸੰਸਾਰ ਪੈਦਾ ਕਰ ਦਿੱਤਾ, ਇਹ ਬੁੱਝਣ ਦੀ ਕੀ ਲੋੜ ਹੈ ਵੀ ਉਹ ਆਪ ਵਰਤ ਰਿਹਾ, ਆਪ ਬਣਾਉਂਦਾ ਹੈ ਸਾਰਿਆਂ ਵਿੱਚ। ਤਰਕ ਇਹ ਸਵਾਲ ਪੈਦਾ ਕਰੇਗਾ ਕਿ ਜਦੋਂ ਉਹਨੇ ਜੀਵ ਪੈਦਾ ਕਰ ਦਿੱਤੇ, ਜ਼ਰੂਰਤ ਕੀ ਪੈ ਗਈ ਬੁੱਝਣ ਦੀ। ਠੀਕ ਹੈ, ਜੀਵੋ, ਖਾਓ ਪੀਓ ਤੇ ਚਲੇ ਜਾਓ, ਕੀ ਜ਼ਰੂਰਤ ਹੈ। ਇਹ ਬੁੱਝਣ ਦੀ ਮਨੁੱਖ ਨੂੰ ਬੜੀ ਜ਼ਰੂਰਤ ਹੈ, ਦੂਜੀਆਂ ਜੂਨਾਂ ਨੂੰ ਨਹੀਂ। ਕਿਉਂਕਿ ਜਿੰਨਾ ਚਿਰ ਇਹ ਨਹੀਂ ਨਾ ਬੁੱਝਦਾ ਮਨੁੱਖ,
ਕਿ ਇਸ ਸਾਰੇ ਢਾਂਚੇ ਵਿੱਚ ਉਹ ਆਪ ਵਰਤ ਰਿਹਾ, ਉਹਨਾਂ ਚਿਰ ਸਾਡੇ ਵਿੱਚ ਸਾਰਿਆਂ ਦੇ ਵਿੱਚ ਉਹ ਹਰਨਾਕਸ਼ ਬਿਰਤੀ ਕੰਮ ਕਰਦੀ ਰਹੇਗੀ, ਜਿਹਦੇ ਵਿੱਚ ਉਹ ਕਹਿੰਦਾ ਸੀ ਜਲੇ ਹਰਨਾਕਸ਼ ਥਲੇ ਹਰਨਾਕਸ਼, ਮੈਂ ਹੀ ਹਾਂ ਸਾਰੇ ਥਾਵਾਂ ਤੇ ਹੰਕਾਰ ਜਿਹੜਾ ਉਹਨੂੰ ਜੀਵਨ ਦੇ ਰਾਹ ਤੋਂ ਭਟਕਾ ਦੇਗਾ, ਉਸ ਹੰਕਾਰ ਨੂੰ ਤੋੜਨ ਵਾਸਤੇ ਇਹ ਬੁੱਝਣਾ ਮਨੁੱਖੀ ਜਾਮੇ ਵਾਸਤੇ ਜ਼ਰੂਰੀ ਹੈ ਕਿ ਸਾਰਿਆਂ ਦੇ ਵਿੱਚ ਉਹ ਇੱਕ ਵਰਤ ਰਿਹਾ। ਇਹਦੇ ਨਾਲ ਹਉਮੈ ਨੂੰ ਪੈਰ ਰੱਖਣ ਵਾਸਤੇ ਥਾਂ ਨਹੀਂ ਮਿਲਦੀ ਤੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜਿਆ ਰਹਿੰਦਾ ਹੈ। ਹਜ਼ੂਰ ਕਹਿੰਦੇ ਸੱਚ ਨਾਮ ਸੋਈ ਜਨ ਪਾਏ। ਫਿਰ ਜਿਹੜਾ ਇਹ ਬੁਝਾਰਤ ਨੂੰ ਬੁੱਝ ਲੈਂਦਾ ਨਾ, ਉਹ ਇੱਕ ਨਾਮ ਨੂੰ ਪੈਦਾ ਪ੍ਰਾਪਤ ਕਰ ਲੈਂਦਾ ਜਿਹਨੂੰ ਸੱਚਾ ਨਾਮ ਕਹਿੰਦੇ, ਜਿਹੜਾ ਮਨੁੱਖ ਦੇ ਅੰਦਰ ਲੁਕਿਆ ਬੈਠਾ। ਖਿਆਲ ਰੱਖੋ, ਜਿੱਥੇ ਸੱਚ ਨਾਮ ਦੀ ਗੱਲ ਆਵੇਗੀ ਨਾ, ਜਿਹਨੂੰ ਕਹਿਣਗੇ ਸਾਚਾ ਨਾਮ ਮੇਰਾ ਆਧਾਰੋ, ਉਸ ਨਾਮ ਦੇ ਅਰਥ ਹੋਣਗੇ ਕਿ ਮਨੁੱਖ ਦੇ ਹਿਰਦੇ ਦੇ ਵਿੱਚ, ਮਨੁੱਖ ਦੇ ਜੀਵਨ ਵਿੱਚ ਲੁਕੀ ਹੋਈ ਉਹ ਆਵਾਜ਼ ਜਿਹੜੀ ਪਰਮਾਤਮਾ ਦੀ ਹੈ, ਉਹਨੂੰ ਪ੍ਰਾਪਤ ਕਰ ਲੈਂਦਾ ਗੁਰੂ ਦੇ ਸ਼ਬਦ ਦੇ ਰਾਹੀਂ। ਗੁਰੂ ਕੇ ਸ਼ਬਦ ਦੇ ਰਾਹੀਂ ਉਸ ਦੀ ਪ੍ਰਾਪਤੀ ਕਰ ਲੈਂਦਾ ਹੈ। ਉਹੀ ਮਨੁੱਖ ਪਾ ਸਕਦਾ ਜਿਸ ਤੇ ਆਪ ਕਿਰਪਾ ਕਰਕੇ ਬੁਝਾ ਦੇਵੇ। ਹਜ਼ੂਰ ਕਹਿੰਦੇ ਸੋ ਸਮਦਰਸੀ ਤਤ ਕਾ ਬੇਤਾ। ਸਮਦਰਸੀ ਦਾ ਮਤਲਬ ਹੈ ਉਹਦੀ ਦ੍ਰਿਸ਼ਟੀ ਸਮ ਹੋ ਜਾਂਦੀ ਹੈ। ਆ ਸਾਡਾ ਜੀਵਨ ਸਮ ਦੇ ਅਰਥ ਨੇ ਸਾਵਾਂ, ਬਰਾਬਰ, ਇੱਕੋ ਜਿਹਾ। ਤੁਸੀਂ ਕਦੀ ਵੇਖਣਾ ਸਾਡੀ ਤੇ ਨਾਸਕਾ ਵਿੱਚ ਸਵਾਸ ਵੀ ਸਮ ਨਹੀਂ ਚੱਲਦਾ। ਆ ਜਿਹੜੇ ਜੋਗੀ ਲੋਕ ਨੇ ਨਾ, ਉਹਨਾਂ ਦੀ ਇੱਕ ਕਿਰਿਆ ਉਹਨੂੰ ਕਹਿੰਦੇ ਨੇ ਸਮ ਦਮ। ਦਮ ਨੂੰ ਬਰਾਬਰ ਕਰਨਾ, ਸਵਾਸ ਨੂੰ ਬਰਾਬਰ ਕਰਨਾ। ਸਾਡੇ ਜੀਵਨ ਦੇ ਵਿੱਚ ਸਾਡੀ ਨਾਸਕਾ ਦਾ ਜਿਹੜਾ ਸਵਾਸ ਹੈ ਉਹ ਵੀ ਬਰਾਬਰ ਨਹੀਂ, ਉਹ ਵੀ ਵੱਖਰਾ, ਕਦੀ ਇੱਕ ਵਿੱਚ ਆਉਂਦਾ, ਕਦੀ ਦੂਸਰੇ ਵਿੱਚ, ਕਿਉਂਕਿ ਉਹ ਬੰਦੇ ਦੇ ਸੁਭਾਅ ਨਾਲ ਸੰਬੰਧਿਤ ਹੁੰਦਾ ਹੈ। ਉਹ ਮਨੁੱਖ ਸਮਦਰਸ਼ੀ ਹੋ ਜਾਂਦਾ ਹੈ। ਉਹਦੇ ਜੀਵਨ ਦੀ ਹਰ ਇੱਕ ਸ਼ਕਤੀ ਜਿਹੜੀ ਸਮ ਹੋ ਜਾਂਦੀ ਹੈ, ਭਾਵ ਬਰਾਬਰ ਕੰਮ ਕਰਦੀ। ਉਹ ਤਤ ਕਾ ਵੇਤਾ, ਤਤ ਨੂੰ ਜਾਣਨ ਵਾਲਾ ਮਨੁੱਖ ਹੋ ਜਾਂਦਾ ਹੈ, ਜਿਹੜਾ ਉਸ ਗੁਰੂ ਦੀ ਕਿਰਪਾ ਦੁਆਰਾ ਇਸ ਜਗਤ ਵਿੱਚ ਵਰਤਦੇ ਹੋਏ ਵਾਹਿਗੁਰੂ ਨੂੰ ਵੇਖ ਕੇ ਉਹਦੇ ਚਰਨਾਂ ਨਾਲ ਸਾਂਝ ਬਣਾ ਲੈਂਦਾ ਹੈ। ਉਹ ਤਤ ਦਾ ਬੇਤਾ ਦੇ ਅਰਥ ਜਾਣਨ ਵਾਲਾ ਹੋ ਜਾਂਦਾ। ਨਾਨਕ ਸਗਲ ਸ੍ਰਿਸ਼ਟ ਕਾ ਜੇਤਾ, ਸਾਰੀ ਸ੍ਰਿਸ਼ਟੀ ਨੂੰ ਜਾਣਨ ਵਾਲਾ ਹੋ ਜਾਂਦਾ ਕਿ ਸ੍ਰਿਸ਼ਟੀ ਦੇ ਵਿੱਚ ਕੀ ਕੀ ਵਰਤ ਰਿਹਾ ਹੈ, ਕਿਵੇਂ ਬਣੀ ਹੈ। ਇਹ ਸਾਰੀ ਜਾਣਕਾਰੀ ਉਸ ਨੂੰ ਪ੍ਰਾਪਤ ਹੋ ਜਾਂਦੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਜੀ ਜੰਤ ਜੀ ਜੰਤਰ ਸਭ ਤਾਂ ਕੈ ਹਾਥ, ਦੀਨ ਦਇਆਲ ਅਨਾਥ ਕੋ ਨਾਥ। ਜੰਤਰ ਦਾ ਅਰਥ ਹੁੰਦਾ ਹੈ ਜਿਵੇਂ ਆਪਾਂ ਵਾਜਾ ਵਜਾਉਂਦੇ, ਕੋਈ ਸਾਜ਼ ਵਜਾਇਆ ਜਾਏ, ਕੋਈ ਗੱਡੀ ਚਲਾਈ ਜਾਏ, ਜਿੱਧਰ ਨੂੰ ਉਹਨੂੰ ਮੋੜਾਂਗੇ ਉਧਰ ਮੁੜ ਜਾਏਗੀ। ਵਾਜੇ ਨੂੰ ਵਜਾਉਣ ਵਾਲਾ ਜਿੱਧਰ ਨੂੰ ਵਜਾਉਂਦਾ ਉਹ ਹੀ ਰਾਗ ਕੱਢਦਾ ਹੈ, ਉਸੇ ਤਰ੍ਹਾਂ ਵਿਚਰਦਾ ਹੈ, ਉਹਦੇ ਅਨੁਸਾਰ ਚੱਲਦਾ। ਇਸ ਤਰ੍ਹਾਂ ਜਿੰਨੇ ਵੀ ਜੀਵ ਜੰਤ ਹਨ ਇਸ ਧਰਤੀ ਤੇ, ਉਹ ਇੱਕ ਯੰਤਰ ਵਰਗੇ ਹਨ। ਉਹਨਾਂ ਨੂੰ ਚਲਾਉਣ ਵਾਲਾ ਉਹਦੇ ਪਿੱਛੇ ਖੜਾ ਹੈ, ਪਿੱਛੇ ਸਾਰਿਆਂ ਨੂੰ ਦੀ ਵਾਗਡੋਰ ਸੰਭਾਲ ਕੇ ਉਹਨਾਂ ਨੂੰ ਚਲਾ ਰਿਹਾ ਹੈ। ਉਹਦੇ ਹੱਥਾਂ ਵਿੱਚ ਸਾਰਿਆਂ ਦਾ ਜੀਵਨ ਹੈ। ਉਹ ਦੀਨਾਂ ਤੇ ਦਇਆ ਕਰਨ ਵਾਲਾ ਦਿਆਲੂ ਹੈ ਔਰ ਅਨਾਥਾਂ ਦਾ ਨਾਥ ਹੈ। ਜਿਨ੍ਹਾਂ ਦਾ ਕੋਈ ਮਾਲਕ ਨਹੀਂ, ਉਹਨਾਂ ਦਾ ਨਾਥ। ਹਜ਼ੂਰ ਕਹਿੰਦੇ ਜਿਸ ਰਾਖੈ ਤਿਸ ਕੋਏ ਨਾ ਮਾਰੈ। ਬਸ ਇੱਕ ਵਾਰੀ ਜਿਹਦੇ ਨਾਲ ਉਹ ਮਿੱਤਰਤਾ ਪਾ ਕੇ ਬੈਠ ਜਾਏ, ਇਹ ਉਹਦੇ ਵਿੱਚ ਬੜੀ ਖੂਬੀ ਹੈ। ਜਿਹਦਾ ਉਹ ਦੋਸਤ ਬਣ ਜਾਏ, ਜਿਹਦੇ ਨਾਲ ਉਹ ਮਿੱਤਰਤਾ ਪਾ ਕੇ ਬੈਠ ਜਾਏ, ਕਿਸੇ ਦੀ ਹਿੰਮਤ ਨਹੀਂ ਕਿ ਉਹਨੂੰ ਮਾਰ ਸਕੇ। ਉਹਦੀ ਰਖਵਾਲੀ ਵਿੱਚ ਬਸ ਉਸ ਬੰਦੇ ਨੂੰ ਹੱਥ ਪਾਉਣਾ ਇੱਕ ਬੜੀ ਵੱਡੀ ਸ਼ਕਤੀ ਦੇ ਨਾਲ ਟਕਰਾਉਣਾ ਹੈ। ਜਿਹਦੇ ਉਹ ਵੱਲ ਹੈ, ਜਿਹਦਾ ਸਹਾਈ ਹੋ ਜਾਂਦਾ ਹੈ, ਜਿਹਨੂੰ ਸਾਹਿਬ ਕਹਿੰਦੇ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕਿਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਜਿਹਦੇ ਵੱਲ ਹੋ ਗਿਆ, ਬਸ ਕਿਸੇ ਚੀਜ਼ ਦੀ ਉਹਨੂੰ ਕਮੀ ਨਹੀਂ, ਕਿਸੇ ਵਸਤੂ ਦੀ ਉਹਨੂੰ ਲੋੜ ਨਹੀਂ ਰਹਿੰਦੀ, ਉਹ ਕਿਸੇ ਦੀ ਮੁਸ਼ੰਦਗੀ ਨਹੀਂ ਚੱਲਦਾ, ਸਭ ਕੁਝ ਉਹਨੂੰ ਸੌਂਪ ਦਿੰਦਾ ਅਕਾਲ ਪੁਰਖ। ਫਿਰ ਕਹਿੰਦੇ ਜੇ ਉਹ ਚਾਹੇ
ਜੇ ਉਹਦੀ ਇੱਛਾ ਹੋਵੇ ਤਾਂ ਲਖਮੀ ਤੋਟ ਨਾ ਆਵਈ, ਖਾਏ ਖਰਚ ਰਹੰਦਾ। ਬਸ ਉਹਦੀ ਮਿੱਤਰਤਾ ਦੇ ਇਹ ਸਾਰੀਆਂ ਬਰਕਤਾਂ ਨੇ। ਇੱਥੋਂ ਤੱਕ ਉਹਨੂੰ ਅਧਿਕਾਰ ਮਿਲ ਜਾਂਦੇ ਨੇ ਕਿ ਸਾਹਿਬ ਕਹਿੰਦੇ ਲੇਖਾ ਕੋਏ ਨਾ ਪੁੱਛਾਈ, ਜਾਂ ਹਰ ਬਖਸ਼ੰਦਾ। ਜਿਹਨੂੰ ਇੱਕ ਵਾਰੀ ਬਖਸ਼ ਦਿੱਤਾ, ਜਿਹਦੇ ਤੇ ਰਹਿਮਤ ਕਰ ਦਿੱਤੀ, ਫਿਰ ਧਰਮ ਰਾਜ ਵੀ ਉਹਦੇ ਰਸਤੇ ਵਿੱਚ ਫਾਈਲ ਲੈ ਕੇ ਖੜਾ ਨਹੀਂ ਹੁੰਦਾ। ਉਹਦੇ ਤੋਂ ਪੁੱਛਦਾ ਨਹੀਂ ਤੂੰ ਕੀ ਕਰਕੇ ਆਇਆ ਦੁਨੀਆ ਵਿੱਚ, ਕਿਹੜੇ ਕਿਹੜੇ ਕਰਮ ਕੀਤੇ। ਇੰਨੀ ਉੱਚੀ ਪਦਵੀ ਉਸ ਮਨੁੱਖ ਨੂੰ ਮਿਲ ਜਾਂਦੀ ਹੈ ਕਿ ਉਹ ਜਿਹਦੇ ਵੱਲ ਉਹ ਹੋ ਗਿਆ। ਪਰ ਸਾਧ ਸੰਗਤ ਉਹਦਾ ਵੱਲ ਹੋਣਾ ਉਦੋਂ ਹੁੰਦਾ ਹੈ ਜਦੋਂ ਮਨੁੱਖ ਆਪਣੇ ਆਪ ਨੂੰ ਮਾਰ ਲੈਂਦਾ ਹੈ। ਇਸੇ ਕਰਕੇ ਤੇ ਧਾਰਮਿਕ ਜਗਤ ਵਿੱਚ ਇੰਨੀ ਭੀੜ ਹੈ, ਕਿਉਂਕਿ ਧਰਮ ਦੇ ਜਿਹੜੇ ਸਿੱਟੇ ਨੇ ਉਹ ਬੜੇ ਲੁਭਾਏਮਾਨ ਨੇ। ਜਦੋਂ ਇਹ ਸਾਖੀਆਂ ਸੁਣਾਈਆਂ ਜਾਂਦੀਆਂ ਨਾ ਵੀ ਉਹ ਵੱਲ ਹੁੰਦਾ ਹੈ, ਬਸ ਉਹਨੂੰ ਕਿਸੇ ਦੀ ਪਰਵਾਹ ਨਹੀਂ, ਉਹਦੇ ਖਜ਼ਾਨੇ ਭਰੇ ਗਏ, ਧਰਮ ਰਾਜ ਉਹਨੂੰ ਪੁੱਛਦਾ ਨਹੀਂ, ਉਹਨੂੰ ਕੋਈ ਪਰਵਾਹ ਨਹੀਂ। ਕੁਦਰਤੀ ਤੌਰ ਤੇ ਮਨੁੱਖੀ ਮਨ ਉਧਰ ਨੂੰ ਦੌੜਦਾ ਵੀ ਇੱਧਰ ਤੁਰੀਏ ਜਿਹਦੇ ਜਿਹੜੇ ਪਾਸੇ ਇੰਨੀਆਂ ਦਾਤਾਂ ਇੱਕੋ ਦਮ ਮਿਲ ਜਾਂਦੀਆਂ। ਪਰ ਸਾਧ ਸੰਗਤ ਜੀ ਜਦੋਂ ਉਹਦਾ ਮੁੱਲ ਤਾਰਨਾ ਪੈਂਦਾ ਨਾ ਉਸ ਚੀਜ਼ ਦਾ, ਉਸ ਰਾਹ ਤੇ ਫਿਰ ਆਦਮੀ ਇੰਨੀ ਜਲਦੀ ਤਾਰਨ ਵਾਸਤੇ ਤਿਆਰ ਨਹੀਂ। ਇਹ ਗੱਲ ਠੀਕ ਹੈ, ਉਹਦੇ ਘਰ ਵਿੱਚ ਦਾਤਾਂ ਬਹੁਤ ਵੱਡੀਆਂ ਨੇ, ਦਾਤਾਂ ਬਹੁਤ ਵੱਡੀਆਂ ਨੇ, ਪਰ ਇੱਕੋ ਚੀਜ਼ ਦੇ ਬਦਲੇ ਮਿਲਦੀਆਂ ਨੇ। ਉਹਨੂੰ ਕਹਿੰਦੇ ਨੇ ਜੀਵਤ ਮਰੋ, ਮਰੋ ਪੁਨ ਜੀਵੋ। ਤਾਂ ਫਿਰ ਮਰਨ ਨਾ ਹੋਈ। ਜਿੰਨਾ ਚਿਰ ਕੋਈ ਮਰਨ ਵਾਸਤੇ ਤਿਆਰ ਨਹੀਂ, ਇਹ ਸਾਰੀਆਂ ਦਾਤਾਂ ਉਹਨੂੰ ਨਹੀਂ ਮਿਲ ਸਕਦੀਆਂ, ਉਹਨੂੰ ਨਵਾਂ ਜੀਵਨ ਨਹੀਂ ਮਿਲ ਸਕਦਾ। ਇਸ ਜੀਵਨ ਦੀ ਮੌਤ ਨਵੇਂ ਜੀਵਨ ਦੀ ਸ਼ੁਰੂਆਤ ਕਰਦੀ ਹੈ। ਤਾਂ ਇਸ ਤਰ੍ਹਾਂ ਦੀਆਂ ਦਾਤਾਂ ਸਹਿਜ ਸੁਭਾਏ, ਜਿਹਦੇ ਵੱਲ ਉਹ ਹੋ ਜਾਏ ਔਰ ਜਿਸ ਦੇ ਵੱਲ ਹੋਵੇ ਉਹਨੂੰ ਕੋਈ ਖਤਮ ਨਹੀਂ ਕਰ ਸਕਦਾ, ਉਹਦੀ ਹੋਂਦ ਨੂੰ ਕੋਈ ਮਿਟਾ ਨਹੀਂ ਸਕਦਾ। ਹਜ਼ੂਰ ਕਹਿੰਦੇ ਜਿਸ ਰਾਖੈ ਤਿਸ ਕੋਏ ਨਾ ਮਾਰੈ, ਸੋ ਮੂਆ ਜਿਸ ਮਨ ਹੋਂ ਬੇਸਾਰੈ। ਬਸ ਜਿਹਨੂੰ ਆਪਣੇ ਮਨੋਂ ਕੱਢਦਾ ਉਹਨੂੰ ਮਾਰਨ ਦੀ ਲੋੜ ਨਹੀਂ ਪੈਂਦੀ। ਬਹੁਤ ਸੁੰਦਰ ਇਹ ਸ਼ਬਦ ਹੈ। ਜਿਸ ਆਦਮੀ ਨੂੰ ਮਾਰਨਾ ਹੋਵੇ, ਉਹਨੇ ਗੁਰੂ ਨੇ ਜਿਸ ਨੂੰ ਖਤਮ ਕਰਨਾ ਹੋਵੇ, ਮਾਰਨ ਦੀ ਲੋੜ ਨਹੀਂ। ਜਿਸ ਨੂੰ ਗੁਰੂ ਨੇ ਮਨੋਂ ਕੱਢ ਦਿੱਤਾ, ਭੁਲਾ ਦਿੱਤਾ, ਉਹ ਸਮਝੋ ਮਾਰਿਆ ਗਿਆ, ਉਹ ਖਤਮ ਹੋ ਗਿਆ। ਮਨੋਂ ਕੱਢਿਆ, ਉਹਦੀ ਮੌਤ ਹੋ ਗਈ ਨਾਲੇ ਨਾਲ। ਇਹ ਕਹਿੰਦੇ ਸੋ ਮੂਆ ਜਿਸ ਮਨਹੁ ਵਿਸਾਰੈ, ਜਿਹਨੂੰ ਆਪਣੇ ਮਨ ਵਿੱਚੋਂ ਭੁਲਾ ਦਿੰਦਾ, ਵਿਸਾਰ ਦਿੰਦਾ ਹੈ, ਉਹਦੀ ਆਤਮਿਕ ਤੌਰ ਤੇ ਮੌਤ ਹੋ ਜਾਂਦੀ ਹੈ, ਉਹਦੀ ਜ਼ਮੀਰਕ ਤੌਰ ਤੇ ਮੌਤ ਹੋ ਜਾਂਦੀ ਹੈ। ਹਜ਼ੂਰ ਕਹਿੰਦੇ ਤਿਸ ਤਜ ਅਵਰ ਕਹਾਂ ਕੋ ਜਾਏ, ਸਭ ਸਿਰ ਏਕ ਨਿਰੰਜਨ ਰਾਏ। ਉਹਨੂੰ ਛੱਡ ਕੇ, ਉਹਨੂੰ ਤਜ ਕੇ ਕੋਈ ਮਨੁੱਖ ਕਿੱਥੇ ਜਾ ਸਕਦਾ, ਕਿਉਂਕਿ ਉਹ ਉਹਦੇ ਨਾਲ ਜੁੜਿਆ, ਉਹਨੂੰ ਤਾਕਤ ਦੇ ਰਿਹਾ। ਸਾਰਿਆਂ ਦੇ ਸਿਰ ਦੇ ਉੱਤੇ ਉਹ ਨਿਰੰਜਨ ਵਾਹਿਗੁਰੂ ਅਕਾਲ ਪੁਰਖ ਹੀ ਇੱਕ ਕੰਮ ਕਰ ਰਿਹਾ, ਕੋਈ ਦੂਸਰੀ ਸ਼ਕਤੀ ਨਹੀਂ। ਜੀ ਕੀ ਜੁਗਤ ਜਾਂ ਕੈ ਸਭ ਹਾਥ, ਅੰਤਰ ਬਾਹਰ ਜਾਨੋ ਸਾਥ। ਜੀ ਕੀ ਜੁਗਤ, ਸਾਡਾ ਜਿਹੜਾ ਅੰਦਰਲਾ ਜੀਵ ਹੈ ਨਾ, ਉਹਦੀਆਂ ਕਈ ਜੁਗਤਾਂ ਨੇ, ਕਈ ਤਰੀਕੇ ਨੇ, ਕਈ ਢੰਗਾਂ ਦੇ ਨਾਲ ਉਹ ਵਿਚਰਦਾ। ਇਹ ਸਾਰੀਆਂ ਜੁਗਤੀਆਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਵਿੱਚ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ। ਤੇ ਸਾਨੂੰ ਜਾਣਨਾ ਚਾਹੀਦਾ ਹੈ ਕਿ ਸਾਡੇ ਅੰਦਰ ਵੀ ਉਹ ਵਰਤ ਰਿਹਾ ਹੈ ਤੇ ਬਾਹਰ ਵੀ ਉਹ ਹੈ, ਦੋਵਾਂ ਹਿੱਸਿਆਂ ਦੇ ਵਿੱਚ। ਇਹ ਹੁਣ ਸਿੱਖ ਦੀ ਮਰਜ਼ੀ, ਉਹਨੇ ਅੰਦਰ ਵੇਖਣਾ ਕਿ ਬਾਹਰ, ਦੋਵਾਂ ਪਾਸੇ ਗੁਰੂ ਸਾਹਿਬ ਨੇ ਕਹਿ ਦਿੱਤਾ। ਜੇ ਬਾਹਰ ਵੇਖਣਾ ਤੇ ਬਾਹਰ ਵੀ ਉਹਨੂੰ ਵੇਖ ਸਕਦਾ ਹੈ, ਜੇ ਅੰਦਰ ਜੁੜਨਾ ਤੇ ਅੰਦਰੋਂ ਵੀ ਜੁੜ ਸਕਦਾ। ਅੰਤਰ ਬਾਹਰ ਜਾਨੋ ਸਾਥ, ਗੁਣ ਨਿਧਾਨ ਬੇਅੰਤ ਅਪਾਰ। ਨਾਨਕ ਦਾਸ ਸਦਾ ਬਲਿਹਾਰ। ਗੁਣਾਂ ਦਾ ਖਜ਼ਾਨਾ ਅਕਾਲ ਪੁਰਖ ਵਾਹਿਗੁਰੂ, ਜਿਸ ਦਾ ਕੋਈ ਅੰਤ ਨਹੀਂ, ਜਿਸ ਦਾ ਕੋਈ ਪਾਰਲਾ ਕੰਢਾ ਨਹੀਂ। ਉਹਦੇ ਵਿੱਚ ਕਈ ਪ੍ਰਕਾਰ ਦੀਆਂ ਰਹਿਮਤਾਂ ਦੇ ਖਜ਼ਾਨੇ ਭਰੇ ਹੋਏ ਹਨ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੈਂ ਉਸ ਤੋਂ ਸਦਾ ਹੀ ਬਲਿਹਾਰੀ ਹਾਂ, ਸਦਾ ਹੀ ਕੁਰਬਾਨ ਹਾਂ। ਹਜ਼ੂਰ ਕਹਿੰਦੇ ਪੂਰਨ ਪੂਰ ਰਹੇ ਦਇਆਲ,
ਸਭ ਉਪਰ ਹੋਵਤ ਕਿਰਪਾਲ। ਸਾਰਿਆਂ ਦੇ ਸਰੀਰ ਵਿੱਚ ਬੈਠ ਕੇ, ਪੂਰਿਆ ਜਾ ਕੇ, ਭਰਿਆ ਜਾ ਕੇ ਅੰਦਰ ਵਰਤਦਾ ਹੈ ਤੇ ਹਰ ਇੱਕ ਤੇ ਦਇਆ ਦੀ ਦ੍ਰਿਸ਼ਟੀ ਕਰਕੇ ਵੇਖਦਾ ਹੈ। ਕਿਸੇ ਤੇ ਕ੍ਰੋਧੀ ਨਹੀਂ, ਕਿਸੇ ਤੇ ਨਿਰਾਜ ਨਹੀਂ, ਸਾਰਿਆਂ ਵੱਲ ਦਇਆ ਦੀ ਦ੍ਰਿਸ਼ਟੀ ਕਰਕੇ ਵੇਖਦਾ ਹੈ। ਪਰ ਜਿਹੜੇ ਲੋਕ ਉਹਦੀ ਦਇਆ ਦੀ ਆ ਰਹੀ ਦ੍ਰਿਸ਼ਟੀ ਨਾਲ ਆਪਣੀ ਦ੍ਰਿਸ਼ਟੀ ਮਿਲਾ ਲੈਂਦੇ ਨੇ, ਉਹਨਾਂ ਦੀ ਉਹਦੇ ਨਾਲ ਸਾਂਝ ਬਣ ਜਾਂਦੀ ਹੈ। ਪਰ ਜਿਹੜੇ ਲੋਕ ਉਹਦੀ ਦ੍ਰਿਸ਼ਟੀ ਨੂੰ ਸਮਝਦੇ ਨਹੀਂ, ਉਹਦੇ ਤੋਂ ਵਾਂਝੇ ਰਹਿ ਜਾਂਦੇ ਔਰ ਦੂਰ ਚਲੇ ਜਾਂਦੇ ਹਨ। ਇਸ ਤਰ੍ਹਾਂ ਕਹਿੰਦੇ ਸਾਰਿਆਂ ਦੇ ਵਿੱਚ ਪੂਰ ਰਹੇ, ਸਾਰਿਆਂ ਵਿੱਚ ਪੂਰੇ ਹੋਏ, ਦਇਆਲ ਤੇ ਸਾਰਿਆਂ ਦੇ ਉੱਤੇ ਕਿਰਪਾ ਦ੍ਰਿਸ਼ਟੀ ਕਰਨ ਵਾਲੇ, ਕਹਿੰਦੇ ਆਪਣੇ ਕਰਤੱਵ ਜਾਣੇ ਆਪ, ਅੰਤਰਜਾਮੀ ਰਹਿਓ ਬਿਆਪ। ਬੜੀ ਅਜੀਬ ਤਰੀਕੇ ਦੇ ਨਾਲ ਉਹ ਅੰਤਰਜਾਮੀ ਬਣ ਕੇ ਮਨ ਦੇ ਵਿੱਚ ਟਿਕਿਆ ਹੋਇਆ। ਇੱਧਰੋਂ ਅਸੀਂ ਖਿਆਲ ਕਰਨੇ ਆ, ਸੋਚਨੇ ਆ ਸ਼ਾਇਦ ਜੋ ਕੁਝ ਮੈਂ ਸੋਚ ਰਿਹਾ ਉਹ ਮੇਰੇ ਕੋਲ ਹੀ ਰਹਿੰਦਾ। ਠੀਕ ਹੈ, ਸੰਸਾਰ ਤੋਂ ਲੁਕਾਇਆ ਜਾ ਸਕਦਾ, ਸੰਸਾਰ ਤੇ ਪਰਦਾ ਪਾਇਆ ਜਾ ਸਕਦਾ, ਪਰ ਜਿੱਥੇ ਅਸੀਂ ਸੋਚਨੇ ਆ ਉਹਦੇ ਨਾਲ ਬਿਲਕੁਲ ਬੈਠਾ ਹੋਇਆ ਹੈ। ਇੱਧਰੋਂ ਅਸੀਂ ਸੋਚਿਆ ਨਹੀਂ, ਸਾਡੇ ਮਨ ਵਿੱਚ ਖਿਆਲ ਆਇਆ ਨਹੀਂ, ਤੇ ਉਹਦੇ ਕੰਨਾਂ ਦੇ ਵਿੱਚੋਂ ਲੰਘ ਕੇ ਫਿਰ ਸਾਡੀ ਜੀਭਾ ਤੱਕ ਆਉਂਦਾ ਹੈ। ਰਸਨਾ ਤੋਂ ਨਾ ਵੀ ਬੋਲੀਏ, ਮੂੰਹ ਤੋਂ ਨਾ ਵੀ ਬੋਲੀਏ, ਸਾਡੇ ਅੰਦਰ ਜਿਹੜੇ ਖਿਆਲ ਚੱਲਦੇ ਨੇ ਉਹ ਸਾਰੇ ਖਿਆਲ ਉਹਦੇ ਘਰ ਵਿੱਚ ਚਲੇ ਜਾਂਦੇ। ਉਹਨਾਂ ਨੂੰ ਸੁਣ ਲੈਂਦਾ ਹੈ, ਉਹਨਾਂ ਨੂੰ ਵੇਖ ਲੈਂਦਾ ਹੈ। ਇਸ ਤਰ੍ਹਾਂ ਉਹ ਸਾਰਿਆਂ ਦੇ ਵਿੱਚ ਅੰਤਰਜਾਮੀ ਬਣ ਕੇ ਵਿਆਪਿਆ ਹੋਇਆ ਹੈ, ਟਿਕਿਆ ਹੋਇਆ ਹੈ। ਹਜ਼ੂਰ ਕਹਿੰਦੇ ਪ੍ਰਤਪਾਲੈ ਜੀਵਨ ਬਹੁ ਭਾਂਤ। ਬਹੁ ਭਾਂਤ ਕਈ ਤਰੀਕਿਆਂ ਦੁਆਰਾ ਆ ਜਿਹੜੇ ਸੰਸਾਰ ਦੇ ਵਿੱਚ ਕਈ ਐਸੇ ਮੌਸਮ ਵਰਤਦੇ ਨੇ ਜਿਨ੍ਹਾਂ ਬਾਰੇ ਸਾਨੂੰ ਇੰਜ ਲੱਗਦਾ ਵੀ ਸਾਡੇ ਅਨੁਸਾਰ ਨਹੀਂ। ਇਹ ਉਹਦੀ ਕਲਾ ਹੈ ਜੀਵਾਂ ਨੂੰ ਪਾਲਣ ਦੀ। ਆ ਇੱਕ ਸਿੱਖ ਦਾ ਜ਼ਿਕਰ ਆਉਂਦਾ ਹੈ, ਹਜ਼ੂਰ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸਮੇਂ ਇਸ ਸਿੱਖ ਦਾ ਇੱਕ ਰੋਜ਼ ਦਾ ਕੰਮ ਹੈ, ਇਹਦੀ ਇੱਕ ਰੋਜ਼ ਦੀ ਸੇਵਾ ਹੈ ਵੀ ਆਪਣੇ ਘਰ ਰਾਤ ਨੂੰ ਖਿਚੜੀ ਬਣਾ ਕੇ ਰੱਖਦਾ। ਉਹ ਰਾਤ ਠੰਡੀ ਹੋ ਜਾਂਦੀ ਹੈ, ਨਾਲ ਦਹੀਂ ਜਮਾਉਂਦਾ ਤੇ ਸਵੇਰੇ ਇਹ ਦੋਵੇਂ ਚੀਜ਼ਾਂ ਸਿਰ ਤੇ ਰੱਖ ਕੇ ਬੜੇ ਪਿਆਰ ਸਹਿਤ ਖਡੂਰ ਸਾਹਿਬ ਵੱਲ ਤੁਰ ਪੈਂਦਾ ਹੈ। ਖਡੂਰ ਸਾਹਿਬ ਤੋਂ ਥੋੜ੍ਹੀ ਦੂਰ ਹੈ। ਇਹਦਾ ਨਾਮ ਹੈ ਭਾਈ ਜੀਵਾ। ਭਾਈ ਜੀਵੇ ਨੂੰ ਇਹ ਕੰਮ ਕਰਦਿਆਂ ਬੜਾ ਚਿਰ ਲੰਘ ਗਿਆ, ਬੜਾ ਵਕਤ ਗੁਜ਼ਰ ਗਿਆ। ਕੁਦਰਤੀ ਤੌਰ ਤੇ ਗੁਰੂ ਵੱਲ ਜਾਣਾ ਤੇ ਫਿਰ ਗੁਰੂ ਦਾ ਭੋਜਨ ਲੈ ਕੇ ਜਾਣਾ, ਬਰਕਤਾਂ ਉਹ ਸਰੀਰ ਵਿੱਚ ਆ ਹੀ ਜਾਂਦੀਆਂ ਨੇ। ਇਹਦਾ ਰੋਜ਼ ਦਾ ਕੰਮ ਸੀ। ਇਹ ਦਹੀਂ ਤੇ ਖਿਚੜੀ ਲੈ ਕੇ ਜਾਂਦਾ ਹੈ। ਇੱਕ ਦਿਨ ਸਾਧ ਸੰਗਤ ਜੀ ਕੀ ਵਾਪਰਿਆ, ਸਵੇਰ ਵੇਲੇ ਜਦੋਂ ਤੁਰਨ ਲੱਗਾ ਨਾ, ਬੜੀ ਤੇਜ਼ ਹਨੇਰੀ, ਮੀਂਹ ਤੇ ਬੱਦਲ ਚੜ੍ਹਿਆ। ਬਹੁਤ ਤੇਜ਼ ਹਨੇਰੀ ਚੱਲਦੀ ਏ, ਬਾਰਿਸ਼ ਪੈਂਦੀ ਏ। ਤੇ ਭਾਈ ਜੀਵੇ ਨੇ ਸੋਚਿਆ ਵੀ ਜੇ ਅੱਜ ਮੀਂਹ ਪੈਂਦਾ ਰਿਹਾ, ਅੱਜ ਹਨੇਰੀ ਚੱਲਦੀ ਰਹੀ, ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਦਰਸ਼ਨ ਨਹੀਂ ਹੋਣਗੇ, ਉਹਨਾਂ ਨੂੰ ਇਹ ਮੈਂ ਦਹੀਂ ਨਹੀਂ ਖਵਾ ਸਕਾਂਗਾ। ਤੇ ਭਾਈ ਜੀਵੇ ਨੇ ਅਰਦਾਸ ਕਰ ਦਿੱਤੀ। ਅਰਦਾਸ ਕੀਤੀ, ਹੈ ਅਕਾਲ ਪੁਰਖ ਆਪ ਕਿਰਪਾ ਕਰੋ, ਮੈਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਾਸਤੇ ਭੋਜਨ ਪਾਣੀ ਲੈ ਕੇ ਜਾਣਾ, ਇਹ ਥੋੜ੍ਹੇ ਚਿਰ ਵਾਸਤੇ ਹਨੇਰੀ ਬੰਦ ਕਰ ਦਿਓ। ਅਰਦਾਸ ਕੀਤੀ, ਸੇਵਾਦਾਰ ਸੀ, ਸੇਵਾ ਕਰਦਾ ਸੀ। ਅਰਦਾਸ ਪ੍ਰਵਾਨ ਹੋ ਗਈ, ਹਨੇਰੀ ਰੁਕ ਗਈ, ਬਾਰਿਸ਼ ਰੁਕ ਗਈ। ਬੜਾ ਖੁਸ਼ ਹੋ ਕੇ ਤੁਰਿਆ, ਖੁਸ਼ ਹੋ ਕੇ ਜਾ ਰਿਹਾ। ਤੇ ਜਦੋਂ ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਗਿਆ ਨਾ, ਅੱਗੇ ਸਤਿਗੁਰੂ ਵੇਖ ਕੇ ਬੜੇ ਖੁਸ਼ ਹੁੰਦੇ ਸਨ। ਅੱਜ ਉਹਦੇ ਵੱਲੋਂ ਵੇਖ ਕੇ ਮੂੰਹ ਪਾਸੇ ਕਰ ਲਿਆ, ਸਾਈਡ ਨੂੰ ਮੂੰਹ ਕਰ ਲਿਆ। ਉਹ ਉਧਰ ਗਿਆ ਤੇ ਸਤਿਗੁਰਾਂ ਨੇ ਫਿਰ ਦੂਸਰੇ ਪਾਸੇ ਮੂੰਹ ਕਰ ਲਿਆ। ਬੜਾ ਹੈਰਾਨ
थोड़े चिर बाद बेनती करके ये पुछना कीता, सतगुरु की कारण मेरे तो कोई अवज्ञा हुई है, कोई गलती हुई है? सतगुਰਾਂ ने कहा तेरे तो यही अवज्ञा हुई है भी तू सवेरे अरदास करके मीह ते हनेरी रोक दी। ध्यान देना किन्नी बारीकी है। कई बारी असल विच सिੱਖੀ ਦਾ ते अर्थ ये है जो वरत रहा ਉਹਦੇ ਨਾਲ ਵਰਤਣਾ, ਉਹਦੇ ਨਾਲ ਬਹਿਣਾ। जिन्ना असी विपरीत रहने हाँ जीवन दे, जिन्ना असी विपरीत हाँ उन्ना जीवन में दुख आउंदा। सच्चाई ये है भी मनुख तो बिना कोई भी जूनी दुखी नहीं, क्योंकि वो विपरीत नहीं चली कुदरत दे। जिवें दा उन्हां नूं बनाया सी परमात्मा ने उस तरह दे। असी वैसे कहने मनुख ने विकास बड़ा कीता है, पर विकास करके गया किथे है? विकास करके किते नहीं पहुँचया। कुदरत के अनुसार जे ये जिउंदा रहिंदा, हुण नहीं इस तरह हो सकेगा। वैसे जिवें दूसरे जीव जिउंदे सन, जे ये जिउंदा रहिंदा ते किते दुख नहीं सी। ज्यों ज्यों इन्हें काढ़ां कढ़ियां, ज्यों ज्यों इन्हें खोजां कीतियां, त्यों त्यों कुदरत नूं तोड़दा गया, भनदा गया, तोड़दा गया। इस करके ख्याल रखना, एक घर विच बझा होया कुत्ता उन्ना दुखी नहीं जिन्ना उहदा स्वामी मालक दुखी है। तुसीं वेख लेना, कुत्ते नूं कोई चिंता नहीं। एक आदमी कुत्ते नूं घुमाउण वास्ते लैके जा रहा, दोवां दे चेहरे पढ़ लेना। जिहड़ा मालक है उहदे चेहरे ते चिंता है, ते कुत्ता बेपरवाह तुरी जांदा। क्यों? वो बेपरवाह तां है, कुदरत के अनुसार उस तरह जिवें उहनूं बनाया सी। साडियां जिहड़ियां विकास है, साडियां जिहड़ियां काढ़ां ने, भावें कि हुण पिछे नहीं हटणगीਆਂ, ये कुदरत तो दूर लै जाण वालियां ने। असीं उहदे तो टुट गए हां, पासे चले गए, उहदे भाणे तो उलट चले गए। इस करके चीज़ां जिहड़ियां गैर कुदरती वधदियां जा रहीआं ने, यही दुख का कारण है। कोई पशु इन्ना दुखी नहीं, कोई पंछी इन्ना दुखी नहीं जिन्ना मनुख दुखी है। यही कारण है कि कुदरत दे उलट चलिया। और गुरु साहब का यही प्रयोजन है कि मनुख परत के कुदरती मनुख बन जाए, कुदरत के नाल मिल के तुरन दी इहनूं जाच आ जाए, तो वखरा ना होवे, अकाल पुरख दे भाणे दे उलट लड़े ना, ਇਹਦੇ उलट ना कल्पदा रवे, ਇਹਦੇ नाल मिल के ਚੱਲਣ ਦੀ ਇਹਨੂੰ जाच आ जाए। इस करके सतगुरु ने कहा, नानक हुक्मै जे बुझै तां हौमै कहे ना कोई। जे ਇਹਨੂੰ जाच आ जाए, ना ਇਹਦੇ ਵਿੱਚ ਹਉਮੈ ਆਵੇਗੀ, ना ਇਹ दुखी ਹੋਵੇਗਾ। भाई जीवे ने जदों बेनती की, हजूर सच्चे पातशाह जी कहंदे, जीविया तू अज जिहड़ा हनेरी ते मीह रोकिया ना, तेनू इस चीज़ का पता नहीं भी उस हनेरी विच ये हनेरी एवें नहीं आउंदी। ये अकाल पुरख का ट्रांसपोर्ट सिस्टम है। एक थां तो चीज़ां नूं चुकना ते दूजे थां ते पहुँचाउणा, बड़ा वड्डा उहदा सिस्टम चलदा है हवा द्वारा। वो कई चीज़ां एक थां तो चुकदा है ते दूजी थां ते लैके जांदा है। ये सारा कुछ उन्हें आप ही बनाया है, पर तू इहदे विच अज विघन पा दिता है, इहनूं रोक दिता है। पता नहीं किन्ने जीवां दा भोजन अगे पहुँचना सी, वो बेचारे उत्थे भुखे बैठे ने, तू मेरे वास्ते दही ते खिचड़ी लैके आ गई। ये गुरु की नज़र बड़ी बरीक है, गुरु की दृष्टि बहुत डूंगी। इस करके सच्चाई ये है भी असी कहने गुरु मनुखों वास्ते नहीं, गुरु सृष्टि वास्ते है। गुरु सृष्टि का गुरु है, कल्ले आदमियों का नहीं। गुरु ग्रंथ साहिब जी सृष्टि के गुरु ने, वो सारी सृष्टि नूं जाणदे ने। आपां ते अपने घर दे विच लगा होया बूटा भी कोई नहीं छड्डिया, रुख भी वढ सुट्टे। ये सारियां चीज़ां गैर कुदरती असीं कीतियां ने जीवन विच, कुदरत नूं तोड़ दिता असीं। तां गुरु जिवें साडा गुरु है, उस तरह एक रुख दा भी गुरु है। जिवें गुरु साडा गुरु है, उवें पंछियां दा भी है, पशुआं दा भी है, बराबर है बिल्कुल सारियां नाल। और ये बाणी विचों पढ़ सकदे हो, कलयुग जहाज अर्जन गुरु सगल सृष्ट लग बेतरो। ते सृष्टि दे विच सारियां जूनां आउंदियां ने, कल्ले मनुख थोड़ी आउंदे ने, सारियां जूनां सृष्टि दे विच आउंदियां ने। इस तरह सतगुरां ने फिर
ਉੱਥੇ ਗੁਰਸਿੱਖਾਂ ਨੂੰ ਇਸ ਵਿਸ਼ੇ 'ਤੇ ਬਹੁਤ ਲੰਬਾ ਇੱਕ ਵਿਸਤਾਰ ਵਿੱਚ ਸਮਝਾਉਣਾ ਕੀਤਾ ਕਿ ਗੁਰਸਿੱਖ ਨੂੰ ਕਦੀ ਵੀ ਤਾਕਤ ਪਾ ਕੇ ਆਪਣੀ ਮਨਮਰਜ਼ੀ ਨਹੀਂ ਕਰਨੀ ਚਾਹੀਦੀ, ਉਹਦੇ ਭਾਣੇ ਦੇ ਵਿੱਚ ਰਹਿਣਾ ਚਾਹੀਦਾ, ਉਹਦੇ ਅਨੁਸਾਰ ਤੁਰਨਾ ਚਾਹੀਦਾ। ਇਹ ਉਪਦੇਸ਼ ਬਖਸ਼ਿਸ਼ ਕੀਤਾ। ਇਸ ਕਰਕੇ ਕਹਿੰਦੇ ਕਿ ਪ੍ਰਤ ਪਾਲੈ ਜੀਵਨ ਬਹੁ ਭਾਂਤ, ਕਈ ਪ੍ਰਕਾਰ ਦੇ ਨਾਲ ਉਹ ਜੀਵਾਂ ਦੀ ਪਾਲਣਾ ਕਰਦਾ, ਕਈ ਪ੍ਰਕਾਰ ਦੇ ਨਾਲ ਉਹਨਾਂ ਨੂੰ ਪਾਲਦਾ, ਜਿਸ ਕਲਾ ਦਾ ਕੋਈ ਅੰਤ ਨਹੀਂ ਲੈ ਸਕਦਾ। ਔਰ ਕਹਿੰਦੇ ਜੋ ਜੋ ਰਚਿਓ ਸੋ ਤਿਸੈ ਧਿਆਤ। ਇਹ ਬੜਾ ਅਜੀਬ ਵਿਚਾਰ ਹੈ ਕਿ ਜਿੰਨੇ ਰਚੇ ਨੇ ਸਾਰੇ ਉਹਨੂੰ ਯਾਦ ਕਰ ਰਹੇ ਨੇ, ਉਹਦਾ ਸਿਮਰਨ ਕਰ ਰਹੇ, ਪਰ ਅਸਲ ਵਿੱਚ ਬਹੁਤ ਸਾਰੇ ਲੋਕ ਉਹਦਾ ਸਿਮਰਨ ਨਹੀਂ ਕਰਦੇ। ਇਹਦਾ ਕੀ ਕਾਰਨ ਹੈ? ਇਹ ਪੰਕਤੀ ਕਿਉਂ ਲਿਖੀ? ਕਿਉਂਕਿ ਜਿਹੜਾ ਖੁਦ ਸਿਮਰਨ ਕਰਦਾ ਨਾ, ਉਹਨੂੰ ਸਾਰੇ ਸਿਮਰਨ ਕਰਦੇ ਹੋਏ ਨਜ਼ਰ ਆਉਂਦੇ ਨੇ ਸਾਰੀਆਂ ਚੀਜ਼ਾਂ ਵਿੱਚ। ਭਾਵੇਂ ਸਾਧ ਸੰਗਤ ਜੀ ਉੱਥੇ ਕਿਸੇ ਵਿਆਹ ਵਿੱਚ ਢੋਲ ਵੱਜਦਾ ਹੋਵੇ, ਉਹਦੇ ਵਿੱਚੋਂ ਵੀ ਉਹਨੂੰ ਨਾਮ ਦੀ ਆਵਾਜ਼ ਆਉਂਦੀ ਹੈ। ਤਾਂ ਪੰਕਤੀ ਕਹੀ ਗੁਰੂ ਸਾਹਿਬ ਨੇ ਕਿ ਦਿਵ ਦ੍ਰਿਸ਼ਟੀ ਵਿੱਚ ਗਿਆ ਹੋਇਆ ਮਨੁੱਖ ਜਿਹਦੇ ਵੱਲ ਵੇਖਦਾ ਉਹਨੂੰ ਲੱਗਦਾ ਕਿ ਉਹਨੂੰ ਸਿਮਰਨ ਕਰ ਰਿਹਾ, ਔਰ ਸੱਚਾਈ ਵਿੱਚ ਹਰ ਇੱਕ ਮਨੁੱਖ ਹੀ ਉਹਦਾ ਸਿਮਰਨ ਕਰ ਰਿਹਾ, ਉਹਨੂੰ ਯਾਦ ਕਰ ਰਿਹਾ ਹੈ, ਭਾਵੇਂ ਉਹਨੂੰ ਇਹਦੀ ਸਮਝ ਨਹੀਂ। ਤਾਂ ਇਸ ਤਰ੍ਹਾਂ ਕਹਿੰਦੇ ਜੋ ਜੋ ਰਚਿਓ ਸੋ ਤਿਸੈ ਧਿਆਤ, ਜਿਸ ਭਾਵੈ ਤਿਸ ਲਏ ਮਿਲਾਏ, ਭਗਤ ਕਰਹਿ ਹਰਿ ਕੇ ਗੁਣ ਗਾਏ। ਜਿਹੜਾ ਮਨੁੱਖ ਉਹਨੂੰ ਭਾ ਜਾਏ ਨਾ, ਚੰਗਾ ਲੱਗ ਜਾਏ। ਹੁਣ ਇਹ ਕੀ ਪਤਾ ਉਹਨੂੰ ਕੌਣ ਭਾਏ, ਕੌਣ ਚੰਗਾ ਲੱਗੇ। ਤੁਸੀਂ ਸਿੱਖ ਇਤਿਹਾਸ ਵਿੱਚ ਵੇਖੋਗੇ ਕਈ ਲੋਕ ਐਸੇ ਸਨ ਜਿਹੜੇ ਬੜੀ ਆਏ ਤੇ ਸਿੱਧੇ ਗੁਰੂ ਨੂੰ ਭਾ ਗਏ ਇੱਕਦਮ। ਕਈਆਂ ਨੇ ਕਈ ਸਾਲ ਲਾਏ ਤੇ ਤਾਂ ਉਹ ਨੇੜੇ ਲੱਗੇ। ਇਹ ਬਹੁਤ ਔਖਾ ਹੈ, ਸਮਝ ਨਹੀਂ ਆਉਂਦੀ। ਕਈ ਲੋਕ ਬਿਲਕੁਲ ਆਮ ਆਦਮੀ ਹੋਣਗੇ, ਗੁਰੂ ਨੂੰ ਇੱਕਦਮ ਭਾ ਜਾਣਗੇ। ਉਹਦਾ ਕਾਰਨ ਹੁੰਦਾ ਵੀ ਗੁਰੂ ਸਿਰਫ ਸਮੇਂ ਦੇ ਵਕਤ ਤੇ ਉਹਦੀ ਸ਼ਖਸੀਅਤ ਨੂੰ ਨਹੀਂ ਵੇਖਦਾ, ਗੁਰੂ ਉਹਦੇ ਬਹੁਤ ਪੁਰਾਣੇ ਪਿਛਲੇ ਜੀਵਨ ਨੂੰ ਵੀ ਵੇਖ ਲੈਂਦਾ ਵੀ ਕਿੱਥੋਂ ਆਇਆ। ਜ਼ਰੂਰੀ ਨਹੀਂ ਕਿ ਹੁਣ ਕਿੰਨਾ ਵੱਡਾ ਜਪੀ ਤਪੀ ਹੈ, ਇਹ ਨਹੀਂ ਉਹਦਾ ਕਾਰਨ। ਉਹਦੇ ਲੰਬੇ ਜੀਵਨ, ਲੰਬੀ ਫਾਈਲ ਨੂੰ ਫੋਲ ਲੈਂਦਾ, ਪਿਛਲੇ ਜੀਵਨ ਨੂੰ, ਕੇਵਲ ਵਕਤੀ ਤੌਰ ਤੇ ਨਹੀਂ ਵੇਖਦਾ। ਇਸ ਕਰਕੇ ਕਈ ਵਾਰੀ ਸਾਨੂੰ ਲੱਗਦਾ ਵੀ ਅਸੀਂ ਬਹੁਤ ਵੱਡੇ ਧਾਰਮਿਕ ਹਾਂ, ਪਤਾ ਨਹੀਂ ਗੁਰੂ ਸਾਡੀ ਗੱਲ ਕਿਉਂ ਨਹੀਂ ਸੁਣਦਾ। ਕੀ ਪਤਾ ਅਸੀਂ ਹੁਣੇ ਬਣੇ ਹੋਈਏ, ਹੁਣੇ ਹੀ ਸ਼ੁਰੂ ਕੀਤਾ ਹੋਵੇ। ਤਾਂ ਜਿਹੜੇ ਬਹੁਤ ਪਿੱਛੋਂ ਆ ਰਹੇ ਨੇ, ਬੜਾ ਫਰਕ ਹੈ ਉਹਨਾਂ ਵਿੱਚ। ਤਾਂ ਇਸ ਤਰ੍ਹਾਂ ਕਹਿੰਦੇ ਕਿ ਜਿੰਨੇ ਵੀ ਜਿਸ ਭਾਵ ਹੈ, ਜਿਹੜੇ ਉਹਨੂੰ ਚੰਗੇ ਲੱਗਦੇ ਨੇ, ਤਿਸ ਲੈ ਮਿਲਾਏ, ਉਹਨਾਂ ਨੂੰ ਆਪਣੇ ਵਿੱਚ ਮਿਲਾਈ ਜਾਂਦਾ ਹੈ। ਭਗਤ ਕਰਹਿ ਹਰਿ ਕੇ ਗੁਣ ਗਾਏ। ਐਸੇ ਲੋਕ ਭਗਤੀ ਵਿੱਚ ਲੀਨ ਰਹਿੰਦੇ ਨੇ ਔਰ ਅਕਾਲ ਪੁਰਖ ਦੇ ਗੁਣਾਂ ਨੂੰ ਗਾਉਂਦੇ ਨੇ, ਉਚਾਰਨ ਕਰਦੇ ਨੇ। ਭਾਵ ਉਹਦੇ ਗੁਣਾਂ ਨੂੰ ਉਹ ਕਹਿੰਦੇ ਹਨ, ਬੋਲਦੇ ਹਨ। ਹਜ਼ੂਰ ਕਹਿੰਦੇ ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨ ਹਾਰ ਨਾਨਕ ਇਕ ਜਾਣਿਆ। ਕਿਹੜੇ ਭਾਏ ਹਨ, ਉਸ ਨੂੰ ਕਿਹੜੇ ਚੰਗੇ ਲੱਗੇ ਹਨ, ਉਹਨਾਂ ਵਿੱਚ ਕਿਹੜਾ ਗੁਣ ਹੈ ਕਿ ਜਿਨ੍ਹਾਂ ਦੇ ਮਨ ਵਿੱਚ ਆਪਣੇ ਗੁਰੂ ਪ੍ਰਤੀ ਵਿਸ਼ਵਾਸ ਹੈ। ਇਹ ਗੁਣ ਪ੍ਰਭੂ ਨੂੰ ਸਭ ਤੋਂ ਜ਼ਿਆਦਾ ਪਾਉਂਦਾ, ਵਿਸ਼ਵਾਸ। ਜਿਹਦਾ ਅੰਦਰ ਡੋਲਦਾ ਰਹੇ ਉਹਨਾਂ ਚਿਰ ਉਹ ਪਾਏਗਾ ਨਹੀਂ। ਜਿੰਨਾ ਆਦਮੀ ਆਪਣਾ ਆਪ ਸੌਂਪਣ ਦੇ ਸਮਰੱਥ ਹੋ ਜਾਏ, ਹਿੰਮਤ ਇੰਨੀ ਪੈਦਾ ਹੋ ਜਾਏ, ਵਿਸ਼ਵਾਸ ਉਹਦੇ ਤੇ ਹੁੰਦਾ ਨਾ। ਵਿਸ਼ਵਾਸ ਮਨੁੱਖ ਤਾਂ ਕਰੇਗਾ ਜੇ ਉਹਦੇ ਵਿੱਚ ਹਿੰਮਤ ਹੈ। ਬਿਨਾਂ ਹਿੰਮਤ ਤੋਂ, ਬਿਨਾਂ ਇਰਾਦੇ ਤੋਂ ਵਿਸ਼ਵਾਸ ਨਹੀਂ ਆਉਂਦਾ। ਜਿੰਨਾ ਚਿਰ ਇਰਾਦਾ ਕਮਜ਼ੋਰ ਹੈ, ਜਿੰਨਾ ਚਿਰ ਸਾਡੇ ਵਿੱਚ ਹਿੰਮਤ ਘੱਟ ਹੈ, ਉਹਨਾਂ ਚਿਰ ਵਿਸ਼ਵਾਸ ਨਹੀਂ ਆਉਂਦਾ। ਵਿਸ਼ਵਾਸ ਆ ਗਿਆ ਤੇ ਕੁਝ ਕਰਨ ਦੀ ਲੋੜ ਹੀ ਨਹੀਂ। ਜਾਂ ਕਿ ਅੰਤਰ ਵਿਸ਼ਵਾਸ ਪ੍ਰਭਾਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਉਸੇ ਵੇਲੇ ਪ੍ਰਗਟ ਹੋ ਜਾਏਗਾ ਸਾਰਾ ਕੁਝ। ਪਰ ਵਿਸ਼ਵਾਸ ਉਦਣ ਆਉਂਦਾ, ਉਸ ਦਿਨ ਆਉਂਦਾ ਜਿਸ ਦਿਨ ਅੰਦਰ ਇਰਾਦਾ 100% ਨੂੰ ਪਾਰ ਕਰ ਜਾਂਦਾ। ਇਰਾਦਾ ਬਹੁਤ ਤਾਕਤਵਰ ਹੋ ਜਾਏ।
ਤਾਂ ਇਹ ਸਾਰੀ ਸਾਧਨਾ ਇਰਾਦਾ ਪੈਦਾ ਕਰਨ ਵਾਸਤੇ ਹੈ। ਜਿੰਨੀ ਸਾਧਨਾ ਧਾਰਮਿਕ ਕੀਤੀ ਜਾਂਦੀ ਹੈ, ਆਹ ਤੇ ਵੈਸੇ ਜਾਲੀ ਜਿਹਾ ਵਿਸ਼ਵਾਸ ਹੈ ਜਿਹੜਾ ਧੱਕੇ ਨਾਲ ਅਸੀਂ ਕਰੀ ਜਾਂਦੇ। ਮੈਨੂੰ ਬਹੁਤ ਵਿਸ਼ਵਾਸ ਹੈ, ਮੈਨੂੰ ਬੜਾ ਭਰੋਸਾ ਹੈ। ਭਰੋਸਾ ਹੋਵੇ ਤੇ ਕਹਿਣਾ ਨਹੀਂ ਪੈਂਦਾ। ਸੱਚਾਈ ਤੇ ਇਹ ਹੈ, ਭਰੋਸਾ ਹੋਵੇ ਤੇ ਮਨੁੱਖ ਸਵਾਲ ਹੀ ਨਹੀਂ ਕਰਦਾ। ਭਰੋਸੇ ਦੇ ਅਰਥ ਹੀ ਇਹ ਨੇ। ਭਰੋਸੇ ਦੇ ਅਰਥ ਹੋਣਗੇ, ਉਹ ਮੰਗੇਗਾ ਹੀ ਨਹੀਂ, ਉਹ ਕਹੇਗਾ ਨਹੀਂ, ਉਹ ਸਵਾਲੀਆ ਚਿੰਨ੍ਹ ਪੈਦਾ ਹੀ ਨਹੀਂ ਕਰੇਗਾ। ਉਹ ਕਦੀ ਨਹੀਂ ਕਹੇਗਾ ਵੀ ਮੇਰੀ ਗੱਲ ਸੁਣ ਰਿਹਾ ਕਿ ਨਹੀਂ, ਸੁਣੇਗਾ ਵੀ ਕਿ ਨਹੀਂ ਸੁਣੇਗਾ। ਇਹ ਬੇਭਰੋਸਗੀ ਦੇ ਲੱਛਣ ਨੇ ਕਿ ਮਨੁੱਖ ਵਾਰ-ਵਾਰ ਪੜਚੋਲ ਕਰ ਰਿਹਾ ਗੁਰੂ ਦੀ, ਵੀ ਸੁਣੇਗਾ ਕਿ ਨਹੀਂ, ਹੋਏਗਾ ਕਿ ਨਹੀਂ, ਪਤਾ ਨਹੀਂ ਹੈ ਵੀ ਕਿ ਨਹੀਂ। ਇਹਦਾ ਮਤਲਬ ਅਜੇ ਕੱਚਾਪਣ ਹੈ, ਅਜੇ ਨੀਂਹ ਦੇ ਵਿੱਚ ਪੂਰੀ ਤਰ੍ਹਾਂ ਪਕਿਆਈ ਨਹੀਂ ਆਈ। ਤਾਂ ਜਿਸ ਦਿਨ ਵਿਸ਼ਵਾਸ ਆ ਗਿਆ ਉਸ ਦਿਨ ਕਹਿਣਾ ਹੀ ਨਹੀਂ ਪਏਗਾ ਮੈਨੂੰ ਭਰੋਸਾ ਵੀ ਬੜਾ ਪਰ ਮੇਰੀ ਸੁਣਦਾ ਵੀ ਨਹੀਂ। ਦੋ ਗੱਲਾਂ ਇਕੱਠੀਆਂ ਨਹੀਂ ਹੋ ਸਕਦੀਆਂ। ਭਰੋਸੇ ਦੇ ਅਰਥ ਹੀ ਇਹ ਨੇ ਕਿ ਉਹਦੇ ਵਿੱਚ ਇੱਕ ਮਿਕ ਹੋ ਗਿਆ, ਲੀਨ ਹੋ ਗਿਆ। ਇਸ ਕਰਕੇ ਹਜ਼ੂਰ ਕਹਿੰਦੇ ਮਨ ਅੰਤਰ ਵਿਸ਼ਵਾਸ ਕਰ ਮਾਨਿਆ। ਮਨ ਵਿੱਚ ਵਿਸ਼ਵਾਸ ਇੰਨਾ ਗਹਿਰਾ ਹੋ ਗਿਆ। ਵਿਸ਼ਵਾਸ ਧਰਮ ਦੀ ਆਖਰੀ ਮੰਜ਼ਿਲ ਹੈ। ਇਸ ਤੋਂ ਅੱਗੇ ਉਹਦਾ ਹੀ ਦਰਵਾਜ਼ਾ, ਇਸ ਤੋਂ ਅੱਗੇ ਕੁਝ ਹੈ ਹੀ ਨਹੀਂ। ਕਰਨਹਾਰ ਨਾਨਕ ਇੱਕ ਜਾਣਿਆ, ਇੱਕ ਨੂੰ ਜਾਣ ਲਿਆ। ਫਿਰ ਐਸਾ ਜਿਹੜਾ ਜਨ ਹੈ ਉਹਦੇ ਬਾਰੇ ਹਜ਼ੂਰ ਕਹਿੰਦੇ ਜਨ ਲਾਗਾ ਹਰ ਏਕੈ ਨਾਏ, ਤਿਸ ਕੀ ਆਸ ਨਾ ਬਿਰਥੀ ਜਾਏ। ਜਿਹੜਾ ਮਨੁੱਖ ਉਹਦੇ ਨਾਮ ਦਾ ਪੱਲਾ ਪਕੜ ਕੇ ਤੁਰੀ ਹੀ ਜਾਂਦਾ ਹੈ, ਤੁਰੀ ਹੀ ਜਾਂਦਾ ਹੈ, ਗਹਿਰੇ ਵਿਸ਼ਵਾਸ ਵਿੱਚ ਉਹਦਾ ਪੱਲਾ ਨਹੀਂ ਛੱਡਦਾ, ਤਿਆਗਦਾ ਨਹੀਂ, ਉਸ ਮਨੁੱਖ ਦੀ ਫਿਰ ਆਸ ਜਿਹੜੀ ਹੈ ਨਾ ਕਦੀ ਬਿਰਥੀ ਨਹੀਂ ਜਾਂਦੀ, ਖਾਲੀ ਨਹੀਂ ਜਾਂਦੀ। ਭਾਵ ਉਹਦੀ ਕੀਤੀ ਹੋਈ ਕਮਾਈ ਦਾ ਰੰਗ ਉਹਨੂੰ ਜ਼ਰੂਰ ਲੱਗਦਾ ਹੈ। ਹਜ਼ੂਰ ਕਹਿੰਦੇ ਸੇਵਕ ਕੋ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ। ਸੇਵਕ ਦਾ ਅਰਥ ਹੈ ਜਿਹਨੇ ਆਪਣਾ ਸਿਰ ਗੁਰੂ ਨੂੰ ਸੌਂਪ ਦਿੱਤਾ, ਉਹਨੂੰ ਸੇਵਕ ਕਹਿੰਦੇ। ਸੇਵਕ ਨੇ ਆਪਣਾ ਸਿਰ ਦੇ ਦਿੱਤਾ। ਸੇਵਕ ਕੋ ਸੇਵਾ, ਸੇਵਕ ਨੇ ਸੇਵਾ ਕੀਤੀ ਸਿਰ ਦੇ ਕੇ। ਤੇ ਫਿਰ ਸੇਵਾ ਦੁਆਰਾ ਉਹਨੂੰ ਕੀ ਮਿਲਿਆ? ਸੇਵਾ ਦੁਆਰਾ ਬਣ ਆਈ, ਉਹਦੀ ਗੁਰੂ ਨਾਲ ਬਣ ਆ ਗਈ। ਜੇ ਬਣ ਨਾ ਆਈ ਸਾਧ ਸੰਗਤ ਜੀ, ਫਿਰ ਸੇਵਾ ਪ੍ਰਵਾਨ ਨਹੀਂ ਹੁੰਦੀ, ਗੁਰੂ ਨਾਲ ਬਣਦੀ ਨਹੀਂ, ਗੁਰੂ ਨਾਲ ਝਗੜ ਪੈਂਦਾ। ਬੜੇ ਬੜੇ ਸੇਵਾਦਾਰ ਬਹੁਤਾ ਝਗੜਦੇ ਮੈਂ ਵੇਖੇ। ਸੇਵਾਦਾਰ ਬਹੁਤ ਵੱਡੇ, ਝਗੜਾ ਬਹੁਤ ਵੱਡਾ। ਜਿੰਨਾ ਵੱਡਾ ਸੇਵਾਦਾਰ ਹੋਵੇ ਉਹਦੀ ਨਿਸ਼ਾਨੀ ਇਹ ਹੈ ਵੀ ਉਹਦੀ ਬਣ ਆ ਜਾਏਗੀ ਗੁਰੂ ਨਾਲ। ਉਹ ਅਧਿਕਾਰੀ ਨਹੀਂ ਬਣੇਗਾ, ਉਹ ਸੇਵਾਦਾਰ ਰਹੇਗਾ। ਸੇਵਕ ਨੂੰ ਸੇਵਾ ਕਰ ਕਰਕੇ ਆਪਣੇ ਗੁਰੂ ਨਾਲ ਬਣ ਆ ਗਈ। ਬਣ ਆਉਣ ਦਾ ਮਤਲਬ ਹੈ ਗੁਰੂ ਨਾਲ ਸੁਭਾਅ ਮਿਲ ਗਿਆ, ਗੁਰੂ ਵਿੱਚ ਇੱਕ ਮਿਕ ਹੋ ਗਿਆ। ਬਾਣੀ ਵਿੱਚ ਤੇ ਉਹਦੇ ਵਿੱਚ ਫਰਕ ਨਹੀਂ ਰਿਹਾ, ਦੋਵੇਂ ਇੱਕ ਰੂਪ ਹੋ ਗਏ। ਹੁਕਮ ਬੂਝ, ਉਹ ਗੁਰੂ ਦੇ ਹੁਕਮ ਨੂੰ ਬੁੱਝ ਲੈਂਦਾ ਹੈ, ਗੁਰੂ ਦੇ ਇਸ਼ਾਰੇ ਨੂੰ ਸਮਝ ਲੈਂਦਾ ਹੈ। ਸਿੱਖ ਉਦਣ ਸਿੱਖ ਬਣਦਾ ਜਿੱਦਣ ਗੁਰੂ ਇਸ਼ਾਰਾ ਕਰੇ ਤੇ ਸਿੱਖ ਸਮਝ ਜਾਏ, ਬੋਲਣ ਦੀ ਲੋੜ ਨਹੀਂ ਪੈਂਦੀ। ਸਿਰਫ ਇਸ਼ਾਰਾ ਕਰੇ ਉਹਨੂੰ ਸਮਝ ਜਾਏ। ਇਹਦਾ ਭਾਵ ਹੈ ਇਸ਼ਾਰਾ ਕਰੇ ਤੇ ਤੁਰ ਪਵੇ, ਇਹ ਨਹੀਂ ਵੀ 4 ਵਾਰੀ 10 ਵਾਰੀ ਕਹਿਣਾ ਪਵੇ। ਇਸ਼ਾਰੇ ਨੂੰ ਸਮਝੇ, ਉਸ ਦਿਨ ਉਹ ਸਿੱਖੀ ਦੀ ਲੀਹ ਦੇ ਬਿਲਕੁਲ ਨੇੜੇ ਆ ਗਿਆ, ਇਸ਼ਾਰਾ ਸਮਝਣ ਲੱਗ ਪਿਆ ਗੁਰੂ ਦਾ। ਇਸ ਲਈ ਕਹਿੰਦੇ ਹੁਕਮ ਬੂਝ ਪਰਮ ਪਦ ਪਾਈ, ਉੱਚੀ ਪਦਵੀ ਨੂੰ ਪ੍ਰਾਪਤ ਕਰ ਲੈਂਦਾ ਹੈ। ਇਸ ਤੇ ਉੱਪਰ ਨਹੀਂ ਵਿਚਾਰ, ਜਾਂ ਕੈ ਮਨ ਬਸਿਆ ਨਿਰੰਕਾਰ। ਜਿੰਨੀਆਂ ਵੀ ਵਿਚਾਰਾਂ ਨੇ, ਜਿੰਨੇ ਵੀ ਗਿਆਨ ਨੇ, ਇਹਦੇ ਵਰਗਾ ਹੋਰ ਕੋਈ ਗਿਆਨ ਨਹੀਂ ਕਿ ਮਨੁੱਖ ਦੇ ਮਨ ਵਿੱਚ ਨਿਰੰਕਾਰ ਦਾ ਨਿਵਾਸ ਹੋ ਜਾਏ। ਲਗਾਤਾਰ ਸਾਰੇ ਵਿਚਾਰ ਉੱਥੇ ਖਤਮ ਹੋ ਗਏ, ਉੱਥੇ ਨਿਰਵਿਚਾਰ ਸ਼ੁਰੂ ਹੋ ਗਿਆ। ਇਹਦੇ ਤੋਂ ਵੱਡਾ ਕੋਈ ਵਿਚਾਰ ਨਹੀਂ ਕਿ ਜਿਸ ਵਿਚਾਰ ਦੇ ਰਾਹੀਂ ਪਰਮਾਤਮਾ ਮਨ ਵਿੱਚ ਵਸੇ। ਵਿਚਾਰ ਤੇ ਇਸ ਤਰ੍ਹਾਂ ਨੇ ਜਿਵੇਂ ਸੂਈ ਹੁੰਦੀ ਹੈ, ਖਿਆਲ ਰੱਖੋ। ਵਿਚਾਰ ਸੂਈ ਵਰਗੇ ਹਨ। ਸੂਈ ਕੱਪੜੇ ਨੂੰ ਸਿਉਂ ਜਾਂਦੀ ਹੈ, ਆਪ ਨਿਕਲਦੀ ਜਾਂਦੀ ਵਿੱਚੋਂ, ਆਪ ਨਹੀਂ ਫਸਦੀ ਕੱਪੜਿਆਂ ਵਿੱਚ। ਤੇ ਮੈਂ ਵੀ ਬੇਨਤੀ ਕਰਦਿਆਂ ਵੀ ਜਿਹੜੀ ਗੁਰਮਤਿ ਵਿਚਾਰ ਹੁੰਦੀ ਹੈ ਨਾ,
ਜਿਹਨੂੰ ਗੁਰੂ ਸਾਹਿਬ ਕਹਿੰਦੇ ਨੇ ਕਥਾ, ਸਭ ਤੇ ਉੱਤਮ ਹਰ ਕੀ ਕਥਾ, ਉਹ ਕਿਹੜੀ ਹੈ? ਕਥਾ ਦੇ ਇਹ ਅਰਥ ਕਦੀ ਨਾ ਕੱਢਿਓ ਵੀ ਕਥਾ ਯਾਦ ਹੋ ਜਾਣ ਮੈਨੂੰ। ਵਿਚਾਰ ਸਿਰਫ ਸੂਈ ਵਰਗਾ ਹੈ। ਸੂਈ ਨੇ ਕੱਪੜਿਆਂ ਵਿੱਚ ਸੁਰਾਖ ਪਾ ਕੇ ਧਾਗਾ ਵਿੱਚ ਪਾਉਣਾ ਤੇ ਆਪ ਨਿਕਲ ਜਾਣਾ ਹੁੰਦਾ ਪਾਸੇ। ਆ ਵੇਖੋ ਜਿੰਨੇ ਵਸਤਰ ਅਸੀਂ ਪਾਏ ਨੇ, ਇਹਨਾਂ ਦਾ ਜੋੜ ਕਿਹਨੇ ਲਾਇਆ? ਇਕੱਲੇ ਧਾਗੇ ਨੇ ਨਹੀਂ ਨਾ ਲਾਇਆ। ਇਕੱਲੇ ਧਾਗੇ ਨਾਲ ਵਸਤਰਾਂ ਦਾ ਜੋੜ ਨਹੀਂ ਲੱਗਾ, ਇੱਥੇ ਸੂਈ ਨੇ ਕੰਮ ਕੀਤਾ ਹੈ। ਹਰ ਇੱਕ ਕਮੀਜ਼ ਵਿੱਚ ਹਜ਼ਾਰਾਂ ਵਾਰੀ ਸੂਈ ਲੰਘੀ ਹੈ, ਪਰ ਅੱਜ ਕਿਤੇ ਦਿਸਦੀ ਸੂਈ ਬਿਲਕੁਲ ਨੇੜੇ ਨਹੀਂ, ਨਿਕਲ ਗਈ, ਕਿਤੇ ਕੰਮ ਕਰਕੇ ਚਲੀ ਗਈ। ਜਿਹੜੀ ਗੁਰੂ ਕੀ ਵਿਚਾਰ ਹੈ ਉਹ ਸਿਰਫ ਸੂਈ ਦਾ ਕੰਮ ਕਰਦੀ ਹੈ। ਜਦੋਂ ਵਿਚਾਰ ਕੀਤੀ ਤੇ ਮਨ ਸੀਪ ਗਿਆ ਉਹਦੇ ਚਰਨਾਂ ਨਾਲ, ਵਿਚਾਰ ਪਾਸੇ ਹੋ ਗਏ। ਵਿਚਾਰ ਦੀ ਫਿਰ ਕੋਈ ਲੋੜ ਨਹੀਂ। ਐਵੇਂ ਲੋਕ ਕਹਿੰਦੇ ਨੇ ਮੈਨੂੰ ਇੰਨੀਆਂ ਕਥਾ ਯਾਦ ਨੇ। ਮੈਨੂੰ ਇੱਕ ਵਾਰੀ ਯਾਦ ਹੈ, ਇਸੇ ਸ਼ਹਿਰ ਵਿੱਚ ਨਵਾਂ ਕਿਸੇ ਸੱਜਣ ਨੇ ਕਿਹਾ ਜੀ ਜਿੰਨੀਆਂ ਕਥਾ ਤੁਸੀਂ ਕਰਦੇ ਹੋ ਸਾਰੀਆਂ ਮੈਨੂੰ ਯਾਦ ਨੇ, ਜਦੋਂ ਸ਼ੁਰੂ ਕਰਦੇ ਹੋ ਮੈਨੂੰ ਪਤਾ ਲੱਗ ਜਾਂਦਾ ਕਿਹੜੀ ਕਥਾ ਕਰਨੀ। ਸਰੋਤਿਆਂ ਨੇ ਕਥਾ ਯਾਦ ਕੀਤੀਆਂ ਹੋਈਆਂ ਨੇ, ਇਹਨੂੰ ਸਿੱਖੀ ਸਮਝ ਲਿਆ। ਮਾੜਾ ਨਹੀਂ, ਇਹ ਚੰਗੀ ਚੀਜ਼ ਹੈ ਯਾਦ ਕਰ ਲੈਣਾ, ਪਰ ਇਹ ਤੇ ਹੁਣ ਸਾਨੂੰ ਤੇ ਕਰਨਾ ਹੀ ਪੈਣਾ ਯਾਦ ਸੁਣਾਉਣ ਵਾਸਤੇ। ਜਿਹੜਾ ਆਮ ਬੰਦਾ ਉਹਨੂੰ ਨਹੀਂ ਬੋਝ ਚੁੱਕਣਾ ਚਾਹੀਦਾ, ਉਹ ਸਿਰਫ ਸੁਣੇ ਤੇ ਜੁੜ ਜਾਏ। ਸਿਰਫ ਜੁੜਨਾ ਮਿਸ਼ਨ ਹੈ, ਸਾਂਝ ਪਾਉਣੀ, ਚੀਜ਼ਾਂ ਯਾਦ ਰੱਖਣੀਆਂ ਨਹੀਂ ਜ਼ਰੂਰੀ। ਤਾਂ ਇਸ ਤਰ੍ਹਾਂ ਵਿਚਾਰਾਂ ਦਾ ਮਤਲਬ ਕਈ ਵਾਰੀ ਅਸੀਂ ਵਿਚਾਰ ਸੁਣ ਕੇ ਤੇ ਸਿਰ ਵਿੱਚ ਪਾਈ ਜਾਂਦੇ ਹਾਂ ਤੇ ਫਿਰ ਡਿਸਟਰਬ ਹੋ ਜਾਂਦਾ ਆਦਮੀ, ਕ੍ਰੋਧੀ ਹੋ ਜਾਂਦਾ ਹੈ। ਉਹਦਾ ਮਿਸ਼ਨ ਵਿਚਾਰ ਦੀ ਵਰਤੋਂ ਕਰਕੇ ਨਿਰਵਿਚਾਰ ਹੋਣਾ ਹੈ। ਔਰ ਜਿੱਥੇ ਵਿਚਾਰ ਸੁਣਦਿਆਂ ਮਨ ਵਿਚਾਰਾਂ ਨੂੰ ਛੱਡਣ ਨੂੰ ਚਿੱਤ ਕਰੇ, ਕਈ ਵਾਰੀ ਸੁਣਦਿਆਂ ਇਸ ਤਰ੍ਹਾਂ ਹੋ ਜਾਂਦਾ ਗੁਰਮੁਖਾਂ ਨੂੰ, ਜਿੱਥੇ ਮਨ ਕਰੇ ਵੀ ਹੁਣ ਨਹੀਂ ਸੁਣਨਾ, ਉੱਥੇ ਸੁਣਨਾ ਛੱਡ ਕੇ ਧਿਆਨ ਵਿੱਚ, ਨਾਮ ਵਿੱਚ ਆਦਮੀ ਬੈਠ ਜਾਏ। ਕੋਈ ਲੋੜ ਨਹੀਂ ਉੱਥੇ ਕਥਾ ਦੀ, ਫਿਰ ਕੋਈ ਜ਼ਰੂਰਤ ਹੀ ਨਹੀਂ ਹੈ। ਉਹ ਸਮਝੀ ਜਾਣਾ ਥੋੜ੍ਹੀ ਧਰਮ ਹੈ ਇਕੱਲਾ, ਸਮਝ ਤੋਂ ਅੱਗੇ ਵੀ ਨਿਕਲੇ ਆਦਮੀ ਕਦੇ। ਅਸੀਂ ਸਾਰੇ ਸੰਸਾਰ ਨੂੰ ਕਥਾਵਾਚਕ ਬਣਾ ਦਿੱਤਾ, ਲੋਕ ਆਪਸ ਵਿੱਚ ਝਗੜਦੇ ਫਿਰਦੇ ਨੇ। ਅੱਜ ਜਿੱਥੇ ਜਾਓ ਕਥਾ ਕਰਨ ਤੋਂ ਪਹਿਲਾਂ 5-7 ਜਣੇ ਇਕੱਠੇ ਹੋ ਕੇ ਆ ਜਾਣਗੇ, ਜੀ ਫਲਾਣਾ ਆਇਆ ਸੀ, ਉਹਨੇ ਇਹ ਕਿਹਾ ਸੀ। ਇੱਥੇ ਸੰਗਤ ਵਿੱਚ ਦੁਬਿਧਾ ਪੈ ਗਈ, ਉਹਨੇ ਕਿਹਾ ਤੁਸੀਂ ਇੰਜ ਕਰਿਆ ਕਰੋ ਪਾਠ, ਦੂਸਰਾ ਕਹਿ ਗਿਆ ਇਸ ਤਰ੍ਹਾਂ ਕਰੋ। ਇਹ ਸਾਰੀਆਂ ਦੁਬਿਧਾ ਕਿਉਂ ਪਈਆਂ ਨੇ? ਇਹ ਦੁਬਿਧਾ ਤਾਂ ਪੈ ਗਈਆਂ ਵੀ ਬੱਸ ਇੱਕ ਹੈ ਤੇ ਸਵਾਰੀਆਂ ਵੀ ਡਰਾਈਵਰ ਬਣ ਗਈਆਂ ਸਾਰੀਆਂ। ਕੋਈ ਕਹਿੰਦਾ ਮੈਂ ਚਲਾਉਣੀ, ਕੋਈ ਕਹਿੰਦਾ ਇਸ ਤਰ੍ਹਾਂ। ਉਹ ਫਿਰ ਬੱਸ ਚੱਲੇਗੀ ਨਹੀਂ। ਉਹਨਾਂ ਨੇ ਸਿਰਫ ਬੈਠਣਾ ਹੁੰਦਾ ਹੈ। ਇੱਥੇ ਕਹਿੰਦੇ ਇਸ ਤੇ ਉੱਪਰ ਨਹੀਂ ਵਿਚਾਰ, ਇਹਦੇ ਤੋਂ ਵੱਡਾ ਕੋਈ ਵਿਚਾਰ ਨਹੀਂ। ਜਿਸ ਵਿਚਾਰ ਦੇ ਦੁਆਰਾ ਜਾਂ ਕੈ ਮਨ ਵਸਿਆ ਨਿਰੰਕਾਰ, ਜਿਸ ਵਿਚਾਰ ਦੇ ਦੁਆਰਾ ਨਿਰੰਕਾਰ ਮਨ ਵਿੱਚ ਵਸੇ, ਉਹਦੇ ਮਨ ਵਿੱਚ ਵਸਣ ਦੀ ਕੀ ਨਿਸ਼ਾਨੀ ਹੈ? ਕਹਿੰਦੇ ਬੰਧਨ ਤੋਰ ਭਏ ਨਿਰਵੈਰ। ਵੈਰ ਰੱਖਣਾ ਇੱਕ ਸਭ ਤੋਂ ਵੱਡਾ ਬੰਧਨ ਹੈ। ਕਿਸੇ ਨਾਲ ਈਰਖਾ ਰੱਖਣੀ ਇੱਕ ਸਭ ਤੋਂ ਵੱਡਾ ਬੰਧਨ ਹੈ ਜੀਵਨ ਦਾ। ਕਹਿੰਦੇ ਜਿਹਦੇ ਮਨ ਵਿੱਚ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਵਸ ਗਿਆ, ਉਹਦੇ ਬੰਧਨ ਟੁੱਟ ਗਏ, ਉਹਦਾ ਵੈਰ ਟੁੱਟ ਗਿਆ, ਦੁਸ਼ਮਣੀ ਖਤਮ ਹੋ ਗਈ। ਅਨ ਦਿਨ ਪੂਜੈ ਗੁਰ ਕੇ ਪੈਰ। ਐਸੇ ਗੁਰਮੁਖ ਪਿਆਰੇ ਦਿਨ ਰਾਤ ਆਪਣੇ ਗੁਰੂ ਦੇ ਪੈਰ ਪੂਜਦੇ ਰਹਿੰਦੇ ਨੇ, ਗੁਰੂ ਦੇ ਚਰਨਾਂ ਨੂੰ ਨਮਸਕਾਰ ਕਰਦੇ ਨੇ, ਗੁਰੂ ਕੇ ਸ਼ਬਦ ਦੀ ਕਮਾਈ ਕਰਦੇ ਰਹਿੰਦੇ ਨੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੈ ਮੇਲੇ। ਐਸੇ ਲੋਕਾਂ ਦਾ ਇਹ ਲੋਕ ਵੀ ਸੁਖੀ ਹੋ ਜਾਂਦਾ ਜਿੱਥੇ ਹੁਣ ਨਿਵਾਸ ਕਰ ਰਹੇ ਨੇ, ਤੇ ਪਰਲੋਕ ਜਦੋਂ ਇਹ ਲੋਕ ਤਿਆਗਿਆ ਜਾਂਦਾ ਹੈ, ਸਰੀਰ ਤੋਂ ਅਗਲੀ ਦੁਨੀਆ, ਉਹ ਵੀ ਸੁਹੇਲਾ ਹੈ। ਔਰ ਅਕਾਲ ਪੁਰਖ ਵਾਹਿਗੁਰੂ ਆਪ ਹੀ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਮਿਲਾ ਲੈਂਦਾ ਹੈ। ਉਹਨਾਂ ਦੀ ਸਾਂਝ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਗਹਿਰੀ ਔਰ ਸੰਘਣੀ ਬਣ ਜਾਂਦੀ ਹੈ। ਇੱਥੋਂ ਤੱਕ 4 ਪਦੇ ਆਪਾਂ ਵਿਚਾਰੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਜੀਵਨ ਕੋਰਸ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸਾਡੇ ਨੰਬਰ 9815 78122 ਤੇ ਆਪ ਜੀ ਸੰਪਰਕ ਕਰਕੇ ਕੋਰਸ ਪ੍ਰਤੀ
ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਕੋਰਸ ਕਰਨ ਦੇ ਜੋ ਤਰੀਕੇ ਹਨ, ਆਪ ਜੀ ਡਾਕ ਰਾਹੀਂ ਕਿਤਾਬਾਂ ਮੰਗਵਾ ਕੇ ਆਪਣੇ ਘਰ ਬੈਠੇ ਇਹ ਕੋਰਸ ਕਰ ਸਕਦੇ ਹੋ, ਜਾਂ ਫਿਰ ਵਿਦੇਸ਼ਾਂ ਵਿੱਚ ਜੋ ਸੰਗਤਾਂ ਹਨ ਜਾਂ ਜੋ ਪੰਜਾਬ ਤੋਂ ਦੂਰ ਹਨ, ਉਹਨਾਂ ਲਈ ਗਿਆਨੀ ਜੀ ਵੱਲੋਂ ਆਪਣੇ ਨਾਮ ਤੇ ਜੋ ਵੈਬਸਾਈਟ ਹੈ www.gyanikulwantsingh.com, ਇਸ ਵੈਬਸਾਈਟ ਉੱਪਰ ਤੁਸੀਂ ਆਨਲਾਈਨ ਵੀ ਕੋਰਸ ਕਰ ਸਕਦੇ ਹੋ। ਗੁਰਮੁਖ ਜੀਵਨ ਕੋਰਸ ਦੀ ਰਜਿਸਟ੍ਰੇਸ਼ਨ ਕਿਸ ਤਰ੍ਹਾਂ ਕਰਾਉਣੀ ਹੈ ਜਾਂ ਕਿਤਾਬਾਂ ਮੰਗਵਾਉਣ ਲਈ 9815 78122 ਉੱਪਰ ਕਾਲ ਕਰਕੇ ਤੁਸੀਂ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।